हाजरियाँ गुरु का बख्शिया फतेह का नारा करिए बुलंद उपरंत बाणी के विचार नाल जुड़ना करांगे। गज के आखिए जी वाहिगुरू जी का खालसा वाहिगुरू जी की फतेह। सतनाम श्री वाहिगुरू साहिब जीओ। मनमुख अंधे किछु न सूझै मरण लिखाए आए नहीं बूझै। मनमुख अंधे किछु न सूझै मरण लिखाए आए नहीं बूझै। मनमुख कर्म करे नहीं पाए बिन नावे जन्म गवावनिया। मनमुख कर्म नहीं पाए मनमुख कर्म करे नहीं पाए बिन नावे जन्म गवावनिया। वाहिगुरू जी का खालसा वाहिगुरू जी की फतेह। ये पवित्र वचन तीसरे पातशाह तेजो नंदन निमाणिया दे मान निताणिया दे तान सतगुरु धन धन श्री गुरु अमरदास महाराज जी दे उचारण कीते हुए जिस दे पिछले 4 पदे आपां कल सरवण कीते सी कि किस तरह गुरु की कृपा दे नाल ही परमेश्वर कृपा करदा है। जिन्हां ते गुरु कृपा कर दिंदा है फिर गुरमत अनुसार जिहड़े चलदे आ परमेश्वर उन्हां नूं अपने रंग विच रंग लैंदा। जिस तरह धन धन बाबा फरीद जी अपने गुरु की गल मन करके जिन्हां ने सेवा कीती ते बेअंत बख्शा प्राप्त कीतियां, इस तरह ही सोढ़ी सुल्तान सतगुरु रामदास महाराज जी ने सतगुरु अमरदास महाराज जी की हजूरी विच रहिंदियां उन्हां दे बचन मन करके बेअंत खुशियां बख्शा प्राप्त कीतियां। तो पिछले 4 पदियां विच सतगुरु पातशाह बख्शिश कर रहे सी कि जिन्हां ने गुरु की कृपा लई उन्हां ते परमेश्वर की भी कृपा हुंदी है। परमेश्वर तो पहला गुरु है ते जिन्हां ते गुरु कृपा कर दिंदा है उन्हां ते परिपूर्ण परमेश्वर परमात्मा भी कृपा करके उन्हां नूं अपने विच मिला लैंदा है। फिर उन्हां बारे लिखिया बाणी विच हर का सेवक सो हर जेहा भेद न जानो मानस देहा। वो हरि दे प्यारे हरि का रूप हो जाते हैं। फिर उन्हां विच ते परमेश्वर विच कोई फर्क नहीं रहिंदा। तो अगला पदा जो तीसरा आप जी आरंभ कर रहे हाँ इस पवित्र शब्द राही बख्शिश करते हैं। मनमुख अंधे किछु न सूझै, जिहड़ा मन मगन चलदा जिहड़ा आपदे मन नूं मुख रख के चलदा भाव मन साडा जिहड़ा अंदर बैठा अनेकां फुरने बनाई जांदा ते मनुख उन्हां फुरनियां नूं सुन सुन के उन्हां दे मुताबक चली जांदा। जिधर नूं कहंदा उधर नूं तुर पैंदा।
ਪੱਖ ਅਪੱਖ ਸਭ ਖਾਏ, ਜੋ ਲੋਟ ਆਈ ਜਾਂਦਾ ਖਾਈ ਜਾਂਦਾ, ਖਾਣ ਵਾਲਾ ਵੀ ਨਾ ਖਾਣ ਵਾਲਾ ਵੀ। ਤਾਂ ਇਹੋ ਜਿਹੀ ਸੰਸਾਰ ਦੇ ਪ੍ਰਥਾਏ ਲਿਖਦੇ ਹਨ ਕਿ ਅਸਲ ਵਿੱਚ ਜਿਹੜਾ ਮਨਮੁਖ ਬੰਦਾ ਹੈ ਨਾ, ਉਸ ਦੇ ਗਿਆਨ ਦੇ ਨੇਤਰ ਨਹੀਂ ਹੁੰਦੇ। ਅਗਿਆਨਤਾ ਦੇ ਕਾਰਨ ਉਹ ਅੰਨੇ ਹੁੰਦੇ ਆ। ਜਿਵੇਂ ਕਹਿੰਦੇ ਆ ਫਲਾਨਾ ਤਾਂ ਹੰਕਾਰ ਵਿੱਚ ਅੰਨਾ ਹੋਇਆ ਫਿਰਦਾ, ਫਲਾਨਾ ਕਾਮ ਵਾਸ਼ਨਾ ਵਿੱਚ ਅੰਨਾ ਹੈ। ਇਹ ਤਾਂ ਜਾਂ ਲੋਭ ਲਾਲਚ ਵਿੱਚ ਬਹੁਤ ਅੰਨਾ ਬੰਦਾ ਹੈ। ਭਾਵ ਉਹਨਾਂ ਦੇ ਇਹ ਗਿਆਨ ਦੇ ਜਿਹੜੇ ਕਰਮ ਇੰਦਰੀ ਹੈ, ਇਹ ਗਿਆਨ ਦੇਣਾ ਹੀ ਬੰਦ ਕਰ ਦਿੰਦੇ ਆ ਉਹਨਾਂ ਨੂੰ। ਲਾਲਚੀ ਬੰਦੇ ਨੂੰ ਨਾ ਆਪਣਾ ਰਿਸ਼ਤੇਦਾਰ ਸਕਾ ਭੈਣ ਭਰਾ ਦਿਸਦਾ ਹੈ, ਨਾ ਕਾਮੀ ਬੰਦੇ ਨੂੰ ਕਿਸੇ ਦੀ ਇੱਜ਼ਤ ਦੇ ਨਾਲ ਪਿਆਰ ਹੈ। ਇਸੇ ਤਰ੍ਹਾਂ ਨਾ ਹੰਕਾਰੀ ਬੰਦਾ ਜਿਹੜਾ, ਜਿਸ ਤਰ੍ਹਾਂ ਦੁਰਯੋਧਨ ਹੋਰਿਆਂ ਨੇ ਹੰਕਾਰ ਕੀਤਾ, ਕੌਰਵਾਂ ਨੇ ਪਾਂਡਵਾਂ ਦੀ ਜ਼ਮੀਨ ਖੋਹ ਲਈ, ਉਹਨਾਂ ਦਾ ਰਾਜ ਖੋਹ ਲਿਆ। ਤਾਂ ਹੰਕਾਰੀ ਬੰਦਾ ਜਿਹੜਾ ਹੈ ਇਸ ਤਰ੍ਹਾਂ ਵਿਚਰਦਾ ਹੈ ਕਿ ਉਸ ਨੂੰ ਕੁਛ ਦਿਖਾਈ ਨਹੀਂ ਦਿੰਦਾ ਆਪਣੇ ਹੰਕਾਰ ਨੂੰ ਪੱਠੇ ਪਾਉਣ ਤੋਂ ਬਗੈਰ। ਇਹ ਸਾਰੇ ਮਨਮੁਖ ਹਨ, ਭਾਵ ਇਹ ਸਾਰੇ ਮਨ ਦੇ ਮਗਰ ਚੱਲਣ ਵਾਲੇ ਹੈ। ਅਤੇ ਜਿਹੜਾ ਮਨ ਦੇ ਮਗਰ ਚੱਲਦਾ ਹੈ, ਉਸ ਗੁਰਮਤਿ ਵੱਲੋਂ, ਰੱਬ ਵੱਲੋਂ ਅੰਨਾ ਹੀ ਜਾਣੋ। ਪਾਤਸ਼ਾਹ ਨੇ ਕਿਹਾ ਹੈ, ਅੰਧੇ ਇਹ ਨਾ ਆਖੀਐ ਜਿਨ ਮੁਖ ਲੋਇਨ ਨਾਹੇ, ਅੰਧੇ ਸੇਈ ਨਾਨਕਾ ਜੇ ਖਸਮਹੁ ਘੁੱਥੇ ਜਾਹੇ। ਅੰਨੇ ਉਹ ਹੈ ਜਿਹੜੇ ਖਸਮ ਤੋਂ ਵਿਛੜ ਕਰਕੇ ਖਾਲੀ ਹੱਥ ਜਾਂਦੇ ਆ ਸੰਸਾਰ ਦੇ ਵਿੱਚੋਂ। ਅਸਲ ਵਿੱਚ ਉਹ ਲੋਕ ਅੰਨੇ ਆ। ਅੰਨੇ ਉਹ ਨਹੀਂ ਜਿਨ੍ਹਾਂ ਦੇ ਅੱਖਾਂ ਨਹੀਂ। ਐਂ ਤਾਂ ਫਿਰ ਸਾਡੇ ਰਾਗੀ ਸਿੰਘ ਬਹੁਤ ਸਾਰੇ ਸੂਰਮੇ ਸਿੰਘ ਹਨ, ਜਿਨ੍ਹਾਂ ਨੂੰ ਨੇਤਰਾਂ ਕਰਕੇ ਤਾਂ ਦਿਸਦਾ ਨਹੀਂ, ਪਰ ਬਾਣੀ ਉਹਨਾਂ ਦੇ ਇੰਨੀ ਯਾਦ ਆ, ਇੰਨੀ ਯਾਦ ਆ ਕਿ ਹਰ ਤਰ੍ਹਾਂ ਦੇ ਸ਼ਬਦਾਂ ਦਾ ਕੀਰਤਨ ਉਹ ਬਿਨਾਂ ਦੇਖੇ ਕਰ ਲੈਂਦੇ ਆ। ਉਹ ਤਾਂ ਗੁਰੂ ਦੇ ਬਹੁਤ ਨੇੜੇ ਆ। ਤਾਂ ਤੇ ਅੰਨੇ ਦਾ ਮਤਲਬ ਹੈ ਜਿਹੜਾ ਪੰਜਾਂ ਵਿਕਾਰਾਂ ਕਰਕੇ ਅੰਨਾ ਹੈ। ਇਹੋ ਜਿਹੇ ਲੋਕਾਂ ਦੇ ਬਾਰੇ ਅੱਜ ਤੀਜੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਮਨਮੁਖ ਅੰਧੇ ਕਿਛੂ ਨ ਸੂਝੈ, ਮਰਨ ਲਿਖਾਏ ਆਏ ਨਹੀਂ ਬੂਝੈ। ਮਨਮੁਖ ਨੂੰ ਤਾਂ ਮੌਤ ਵੀ ਯਾਦ ਨਹੀਂ ਹੁੰਦੀ। ਜਿਵੇਂ ਕਲਾਲਚੀ ਮਨੁੱਖ ਕਿਸੇ ਮਹਾਂਪੁਰਸ਼ਾਂ ਕੋਲ ਚਲਿਆ ਗਿਆ, ਕਹਿਣਾ ਜੀ ਘਰੇ ਬੜੀ ਕਿੱਲਤ ਹੈ, ਮਾਇਆ ਦਾ ਕੋਈ ਕਿਰਪਾ ਕਰੋ, ਮਾਇਆ ਮਿਲ ਜੇ। ਚਲੋ ਮਹਾਂਪੁਰਸ਼ ਦਇਆ ਦੇ ਘਰ ਆਏ ਅਤੇ ਉਸ ਨੂੰ ਕਹਿਣ ਲੱਗੇ ਵੀ ਇੱਦਾਂ ਕਰ, ਆਹ 4 ਮੋਮਬੱਤੀਆਂ ਲੈ ਜਾ ਅਤੇ ਪਹਿਲੀ ਮੋਮਬੱਤੀ ਜਗਾ ਕੇ ਤੂੰ ਆਪਣੇ ਘਰ ਤੋਂ ਚੜ੍ਹਦੇ ਵੱਲ ਜਾਈਂ। ਜਿੱਥੇ ਇਹ ਬੁੱਝ ਗਈ ਉੱਥੋਂ ਟੋਹਾ ਪੱਟੀ, ਤੈਨੂੰ ਖਜ਼ਾਨਾ ਮਿਲ ਜੂਗਾ ਰੁਪਈਆਂ ਦਾ। ਉਦੋਂ ਚਾਂਦੀ ਦੇ ਰੁਪਈਏ ਹੁੰਦੇ ਸੀ। ਅਤੇ ਭਾਈ ਉਹ ਤੂੰ ਪੱਟ ਕੇ ਘਰੇ ਲੈ ਜੀ, ਬਹੁਤ ਹੋਊਗਾ। ਜੇ ਨਾ ਹੀ ਸਰਿਆ ਤਾਂ ਇਹ ਦੂਜੀ ਮੋਮਬੱਤੀ ਜਗਾ ਲਈ, ਇਹਨੂੰ ਲੈ ਕੇ ਛਿਪਦੇ ਵੱਲ ਜਾਈ। ਅੱਗੇ ਜਿੱਥੇ ਜਾ ਕੇ ਖਤਮ ਹੋ ਜਾਵੇ, ਬੁੱਝ ਜਾਵੇ, ਉੱਥੇ ਤਾਂ ਪੱਟੇਗਾ ਤਾਂ ਤੈਨੂੰ ਸੋਨੇ ਦਾ ਖਜ਼ਾਨਾ ਮਿਲ ਜਾਵੇਗਾ। ਸੋਨਾ ਲੈ ਜੀ ਘਰ, ਇੰਨਾ ਤਾਂ ਬਹੁਤ ਹੋਵੇਗਾ। ਪਰ ਤੀਜੀ ਮੋਮਬੱਤੀ ਫੜਾ ਕੇ ਮਹਾਂਪੁਰਸ਼ ਕਹਿੰਦੇ ਜੇ ਫਿਰ ਵੀ ਥੋੜ੍ਹਾ ਰਹਿ ਗਿਆ ਨਾ, ਤਾਂ ਤੀਜੀ ਜਗਾ ਕੇ ਤੂੰ ਉੱਤਰ ਦਿਸ਼ਾ ਨੂੰ ਜਾਈਂ। ਜਿੱਥੇ ਜਾ ਕੇ ਖਤਮ ਹੋ ਗਈ ਉੱਥੇ ਤੈਨੂੰ ਹੀਰੇ ਜਵਾਹਰਾਤਾਂ ਦਾ ਖਜ਼ਾਨਾ ਮਿਲੇਗਾ। ਉਹ ਪੱਟ ਕੇ ਘਰੇ ਲੈ ਜਾਈਂ। ਪਰ ਚੌਥੀ ਮੋਮਬੱਤੀ ਜਿਹੜੀ ਹੈ ਇਹ ਨਹੀਂ ਜਗਾਉਣੀ। ਮਹਾਂਪੁਰਸ਼ਾਂ ਨੇ ਫੜਾ ਤੀ, ਪਰ ਕਹਿੰਦੇ ਇਹਨੂੰ ਨਾ ਜਗਾਈ ਅਤੇ ਦੱਖਣ ਵੱਲ ਨਾ ਜਾਈਂ। ਉਹ ਕਹਿਣ ਲੱਗਾ ਜੀ ਠੀਕ ਆ। ਕਹਿੰਦੇ ਉਹਨੇ ਉਹਨਾਂ ਦੀ ਗੱਲ ਮੰਨ ਕੇ ਉਸੇ ਤਰ੍ਹਾਂ ਕੀਤਾ। ਪਹਿਲੀ ਮੋਮਬੱਤੀ ਲੈ ਕੇ ਚੜ੍ਹਦੇ ਵੱਲ ਗਿਆ ਅਤੇ ਉਹ ਜਿੱਥੇ ਜਾ ਕੇ ਖਤਮ ਹੋਈ ਉੱਥੋਂ ਥਾਂ ਪੱਟਿਆ। ਚਾਂਦੀ ਦੇ ਰੁਪਈਆਂ ਦਾ ਖਜ਼ਾਨਾ ਨਿਕਲ ਆਇਆ, ਘਰੇ ਚੱਕ ਲਿਆਇਆ।
वैसे बंदा सबर करे तो बहुत सीगा, पर पता होवे तो फिर सबर कित्थे, फिर लालच हो जाता भी इत्थों मिल सकता, उत्थे जांदा बार बार। इस करके वो लालच विच आके दूजी मोमबत्ती जगा के छिपदे तो चढ़दे वल नूं गया, अपने घर तो छिपदे वल नूं गया, तो जिथे जाके वो खत्म हुई उत्थों थां पट्टिया से सोने दियां मोहरां दा खजाना निकल आया। वो भी पट के घरे लै गया। इन्ना तो बहुत सी बंदे की जिंदगी 100 साल की आ, शख्स खा लैंदा, पर लालच ने अन्ना कर दिता। ना ज्ञान के नेत्र लालच के दिमाग च सीगे ते ना अखां च रहे। हुण उसनूं तीजी मोमबत्ती वाला हीरे जवाहरातां दा खजाना दिखाई दे रहा भी वह भी लैके आई है। तो तीजी मोमबत्ती जगा के तीजे पासे गया, कि जिथे वो खत्म हो गई जाके बुझ गई, हीरे जवाहरातां दा खजाना कढ़ लिया। और इत्थे आके वो रुकिया नहीं गा, उस महापुरुष की गल नहीं मन्नी, मन की गल मन्नी, मन मगर लग गया। उहदा मन कहंदा की पता है चौथे पासे इदू कोई तकड़ा खजाना होवे, चल आपां चलीए। महापुरुषां ने कहा सीगा चौथे पासे ना जाई, ये मोमबत्ती ना जगाई, वैसे लै जा नाल। इहदे दिमाग विच नेकां फुरने आउंदे आ, क्योंकि मन दे मगर लगे आ। मन मुख अंधा किछू न सूझे, लालच विच आए ने कहण लै की पता इधर वड्डा खजाना होवे, कोई साध ने आपदे वास्ते रख लिया होवे, कोई सतनाम श्री जिहड़ा साध, जिहड़ा महापुरख, जिहड़ा रब दा प्यारा किसी नूं खजाने दे सकदा है, उहदे कोल खबरा किन्ने खजाने होण। पर इहदा मन जिहड़ा वो ना रुकिया, बार बार अंदरों फुरना आउंदा चलीए। ते एक दिन चित जा करके ते चल ही पिया दखण वाले पासे नूं भी चल पिया, मोमबत्ती लैके जगा लई। ते जिथे जाके वो मोमबत्ती बुझ गई ना, उत्थों इहने थां पटना शुरू किया। जदों इहने थां पट्टिया कुछ कही दे नाल, अगे जाके एक धरती चों गेट निकलिया। जा गेट थोड़ा जा खाली होया तो उन्हें गेट नूं खाली किया, चंगी तरह थां पट के वो गेट खोल लिया, अंदर वड़ गया। अंदर हनेरा सीगा, उस हनेरी गुफा दे विच अंदर चलिया गया। तो अंदर जाके की देखदा है, अंदर कोई मनुख खड़ा है, कोई बंदा खड़ा है। उन्होंने जा कहना भाई साहब इत्थे कोई खजाना सुनीदा। वो बंदा कहना यार है तो सही, कहना यार मैनू दस दे किधर है। कहना दस तो देवां पर मैथों हलिया नहीं जाता, मेरे सिर ते भार जा थोड़ा पासे करा। उन्हें लालच विच आके उस दे गल विच चक्की दा पत्थर पाया होया सी, विचाले मोरा हुंदा ना, सिर दे उत्तों दी पा के मोढियां ते रखिया होया सी, कल्ले तो लहिंदा नहीं सीगा। वो इहनूं कहंदा लवा माड़ा जा फिर दस दिना। पहला 2 हत्थ सी, हुण 4 हो गए, चारां हत्थां नाल चक्किया दोवां जणियां ने। उहदी धौण चों पत्थर निकल गया तो उन्हें 6 दिने चक के उहदी धौण च रख के हत्थ छड्डते। को सतनाम श्री जिहड़ा नवां बंदा गया ना, उहदे सिर च पाता वो तौक, वो पत्थर चक्की दा उहदे सिर चों टपाया तो उहदे मोढियां धर के पासे हो गया। वो कहना बाई यार की करदा तू? मैं तैनूं पुछया सी इत्थे कोई खजाना, कहने इत्थे आही खजाना है, आपां चले आ। हुण तैथों कोई वड्डा लालची आवेगा, हुण उही दसेगा। कहो सतनाम श्री। इस तरह वो मनुख तिन्नां पासियां दे खजाने नाल रजिया नहीं, चौथे पासे जाके फस गया, क्योंकि मन दे मगर लगे। मनमुख अंधा किछू न सूझे, तो जिहड़ा वेला हो गया, जिहदे सिर चों लह गया भार वो हंकार दा, लालच दा, वो भज के बाहर निकल के छूट वट गया, मसा बचिया। दूजा लालची फस गया। इस करके इनू कहंदी है मन दे मगर चलना। ते मन दे मगर चलण वाला बंदा अन्ना हुंदा है, उहनूं ना मौत दिसदी है। देखो मौत दे हथ जाके फस गया,
ਮਨਮੁਖ ਅੰਧਾ ਕਿਛੂ ਨਾ ਸੂਝੈ, ਮਰਨ ਲਿਖਾਏ ਆਏ ਨਹੀਂ ਬੂਝੈ। ਇਹਨੂੰ ਇਹ ਵੀ ਨਹੀਂ ਪਤਾ ਕਿ ਬੰਦੇ ਦੀ ਮੌਤ ਲਿਖੀ ਹੋਈ ਹੈ, ਕਦੇ ਵੀ ਮਰ ਸਕਦਾ ਹੈ, ਪਰ ਇਸ ਗੱਲ ਨੂੰ ਪੁੱਛਦਾ ਨਹੀਂ, ਗੁਰੂ ਨੂੰ ਸਮਝਦਾ ਨਹੀਂ। ਮਨਮੁਖ ਕਰਮ ਕਰੇ ਨਹੀਂ ਪਾਏ। ਮਨਮੁਖਾਂ ਵਾਲੇ ਕਰਮ ਜਦੋਂ ਬੰਦਾ ਕਰਦਾ ਹੈ ਤੇ ਫਿਰ ਇਸ ਨੂੰ ਸੁੱਖ ਨਹੀਂ ਪ੍ਰਾਪਤ ਹੋ ਸਕਦਾ, ਪਰਮੇਸ਼ਰ ਨਹੀਂ ਮਿਲ ਸਕਦਾ। ਤੇ ਸਾਰੀ ਉਮਰ ਜਿਹੜੀ ਹੈ ਮਨਮੁਖਤਾ ਵਿੱਚ ਹੀ ਗੁਜ਼ਾਰ ਦਿੰਦਾ, ਗੁਰੂ ਵਾਲਾ ਨਹੀਂ ਬਣਦਾ, ਗੁਰੂ ਨੂੰ ਨਹੀਂ ਪੁੱਛਦਾ। ਦੇਖੋ ਬਚਪਨ ਤੋਂ ਬੱਚੇ ਨੂੰ ਗੁਰੂ ਮਿਲਦਾ। ਸਤਿਗੁਰਾਂ ਨੇ ਸਪਸ਼ਟ ਲਿਖਿਆ, ਗੁਰਦੇਵ ਮਾਤਾ ਜਦ ਬੱਚੇ ਦਾ ਜਨਮ ਹੁੰਦਾ ਤੇ ਇਸ ਨੂੰ ਮਾਂ ਸੰਭਾਲਦੀ ਹੈ। ਮਾਂ ਅਨੇਕਾਂ ਤਰ੍ਹਾਂ ਦੇ ਗੁਰ ਦਿੰਦੀ ਆ, ਅਨੇਕਾਂ ਤਰ੍ਹਾਂ ਦਾ ਗਿਆਨ ਦਿੰਦੀ ਆ ਆਪਣੇ ਬੱਚੇ ਨੂੰ ਬਚਪਨ ਵਿੱਚ। ਫਿਰ ਗੁਰਦੇਵ ਪਿਤਾ, ਫਿਰ ਅੱਗੇ ਜਦ ਵੱਡਾ ਹੁੰਦਾ ਘਰੋਂ ਬਾਹਰ ਨਿਕਲਦਾ, ਪਿਤਾ ਦੀ ਉਂਗਲ ਫੜ ਕੇ ਸਕੂਲੇ ਜਾਂਦਾ ਤੇ ਪਿਤਾ ਇਸ ਨੂੰ ਸਕੂਲ ਜਾਣ ਦਾ ਗਿਆਨ ਦਿੰਦਾ ਹੈ, ਸਕੂਲੇ ਹਾਜ਼ਰ ਕਰਾਉਂਦਾ, ਦਾਖਲ ਕਰਾਉਂਦਾ ਹੈ। ਇਸ ਤਰ੍ਹਾਂ ਸੰਸਾਰ ਵਿੱਚ ਕਿਵੇਂ ਵਿਚਰਨਾ ਹੈ ਇਹ ਸਮੇਂ ਸਮੇਂ 'ਤੇ ਪਿਤਾ ਦੱਸਦਾ ਹੈ। ਗੁਰਦੇਵ ਸੁਆਮੀ ਫਿਰ ਅਗਲਾ ਗੁਰੂ ਹੈ ਸੁਆਮੀ। ਸੁਆਮੀ ਦੇ ਵਿੱਚ ਮਾਸਟਰ ਵੀ ਆ ਜਾਂਦਾ, ਉਸਤਾਦ ਵੀ ਆ ਜਾਂਦੇ ਆ। ਸਕੂਲ ਵਾਲਾ ਮਾਸਟਰ ਪੜ੍ਹਾਈ ਦਾ ਗਿਆਨ ਦਿੰਦਾ ਹੈ, ਦੁਕਾਨਾਂ ਵਰਕਸ਼ਾਪਾਂ ਦੇ ਉਸਤਾਦ ਹੈ ਜਿਹੜੇ ਉਹ ਕਮਾਈ ਦਾ ਗਿਆਨ ਦਿੰਦੇ ਆ। ਤੇ ਚੌਥਾ ਗੁਰੂ ਹੈ ਪਰਮੇਸ਼ਰ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ, ਪਰਮੇਸ਼ਰਾ। ਚੌਥਾ ਗੁਰੂ ਹੈ ਪਰਮੇਸ਼ਰ। ਤੇ ਪਰਮੇਸ਼ਰ ਗੁਰੂ ਹੈ ਗੁਰੂ ਨਾਨਕ ਦੇ ਰੂਪ ਵਿੱਚ ਆਇਆ। ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ। ਜਿਹੜਾ ਪਰਮੇਸ਼ਰ ਗੁਰੂ ਹੈ ਜਾਂ ਗੁਰੂ ਨਾਨਕ ਹੈ ਜਾਂ ਅੱਜ ਗੁਰਬਾਣੀ ਸਾਡਾ ਗੁਰੂ ਹੈ, ਇਹ ਸਾਨੂੰ ਮਨੁੱਖਾ ਜੀਵਨ ਕਿਵੇਂ ਜਿਉਣਾ ਇਹ ਚਾਰਾਂ ਹੀ ਹਿੱਸਿਆਂ ਵਿੱਚ ਜਿਉਣ ਵਾਲੀ ਜ਼ਿੰਦਗੀ ਬਾਰੇ ਗਾਈਡ ਕਰਦੀ ਹੈ। ਬਚਪਨ ਕਿੱਦਾਂ ਲੰਘੇ, ਜਵਾਨੀ ਕਿੱਦਾਂ ਲੰਘੇ, ਬੁਢਾਪਾ ਕਿੱਦਾਂ ਲੰਘੇ। ਤੇ ਗੁਰੂ ਜਿਹੜਾ ਸਾਨੂੰ ਇਹ ਸਾਰਾ ਜੀਵਨ ਬਤੀਤ ਕਰਦਾ ਹੈ। ਜਿਵੇਂ ਪਾਤਸ਼ਾਹ ਇਹ ਵੀ ਕਹਿੰਦੇ ਆ, ਉਦਮ ਕਰੇਂਦੇ ਆ ਜੀਓ ਤੂੰ ਕਮਾਉਂਦੇ ਆ ਸੁੱਖ ਪੁੰਚ। ਜਿੱਥੇ ਤੂੰ ਮਾਇਆ ਵਾਸਤੇ ਕਮਾਈ ਕਰਨ ਵਾਸਤੇ ਉਦਮ ਕਰਦਾ, ਤੜਕੇ ਸਦਿਆਂ ਤਿਆਰ ਹੋ ਕੇ ਅਸੀਂ ਡਿਊਟੀਆਂ 'ਤੇ ਜਾਂਦੇ ਹਾਂ, ਬਈ ਤਨਖਾਹ ਮਿਲੂਗੀ, ਮਾਇਆ ਵਾਸਤੇ ਹੀ ਜਾਂਦੇ ਹਾਂ। ਉਦਮ ਕਰੇਂਦੇ ਆ ਜੀਓ ਤੂੰ ਕਮਾਵਨੇ ਆ ਸੁੱਖ ਪੁੰਚ, ਧਿਆਏ ਦਿਆਂ ਤੋਂ ਪ੍ਰਭੂ ਮਿਲ। ਇਸੇ ਦੇ ਨਾਲ ਨਾਲ ਨਾਮ ਜਪੋ, ਕਰਮ ਕਰੋ, ਨਾਮ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਕਿਰਤ ਵੀ ਕਰਨੀ ਹੈ, ਮਿਹਨਤ ਕਰਨੀ ਹੈ। ਉਦਮ ਕਰੇਂਦੇ ਆ ਜੀਓ ਤੂੰ, ਆਲਸੀ ਨਹੀਂ ਹੋ ਕੇ ਬੈਠਣਾ, ਮੰਗਤਾ ਨਹੀਂ ਬਣਨਾ। ਉਦਮ ਕਰੇਂਦੇ ਆ ਜੀਓ ਤੂੰ ਕਮਾਉਂਦੇ ਆ ਸੁੱਖ ਪੁੰਚ। ਤੇ ਇਹਦੇ ਨਾਲ ਹੀ ਤੀਸਰਾ ਬਚਨ ਹੈ, ਧਿਆਏ ਦਿਆਂ ਤੂੰ ਪ੍ਰਭੂ ਮਿਲ। ਮਾਨਸ ਜਾਮਾ ਪਰਮੇਸ਼ਰ ਨੂੰ ਮਿਲਣ ਦਾ ਸਮਾਂ ਵੀ ਹੈ। ਨਾਨਕ ਉਤਰੀ ਚਿੰਤ, ਇੱਦਾਂ ਤੇਰੀਆਂ ਸਾਰੀਆਂ ਚਿੰਤਾਵਾਂ ਖਤਮ ਹੋ ਸਕਦੀਆਂ। ਪਰ ਮਨਮੁਖ ਬੰਦਾ ਇੱਕੋ ਪੈਰ 'ਤੇ ਹੋ ਗਿਆ, ਅੰਨ੍ਹੇਵਾਹ। ਇਹਨੂੰ ਕਹਿੰਦੇ ਆ ਅੰਨ੍ਹੇਵਾਹ ਚੱਲਣਾ, ਭਾਵ ਗਿਆਨ ਦੇ ਨੇਤਰਾਂ ਤੋਂ ਜਾਂ ਇਹਨਾਂ ਗਿਆਨ ਦੇ ਕਰਮ ਇੰਦਰੀਆਂ ਤੋਂ ਕੰਮ ਨਾ ਲੈਣਾ। ਤੇ ਗਿਆਨ ਦੇ ਕਰਮ ਇੰਦਰੀ ਵੀ ਤਾਂ ਸਾਥ ਦਿੰਦੇ ਆ ਜੇ ਗੁਰੂ ਨੂੰ ਪੁੱਛਿਆ ਹੋਵੇ, ਗੁਰੂ ਕਿਰਪਾ ਕਰਦਾ। ਪ੍ਰੀਤਮ ਜੀ ਕਹਿੰਦੇ, ਮਰਨ ਲਿਖਾਏ ਆਏ ਨਹੀਂ ਬੂਝੈ, ਮਨਮੁਖ ਕਰਮ ਕਰੈ ਨਹੀਂ ਪਾਏ। ਮਨੁੱਖ ਮਨਮੁਖਤਾ ਕਰਕੇ ਅਨੇਕਾਂ ਤਰ੍ਹਾਂ ਦੇ ਕਰਮ ਕਰਦਾ, ਪਰ ਇਹ ਪਾਸ ਨਹੀਂ ਹੁੰਦਾ। ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜਿੰਨਾ ਚਿਰ ਗੁਰੂ ਨੂੰ ਪੁੱਛ ਕੇ ਕਰਮ ਨਹੀਂ ਕਰਦਾ, ਕਰਮ ਆਪਾਂ ਸਾਰੇ ਕਰਦੇ ਹਾਂ। ਮਨੁੱਖ ਧਰਮੀ ਵੀ ਕਹਾਉਂਦਾ ਹੈ, ਤੀਰਥਾਂ 'ਤੇ ਵੀ ਜਾਂਦਾ ਹੈ, ਧਾਰਮਿਕ ਸਥਾਨਾਂ 'ਤੇ ਵੀ ਜਾਂਦਾ ਹੈ, ਆਪਣੇ ਆਪ ਨੂੰ ਧਰਮੀ ਕਹਾਉਂਦਾ ਹੈ। ਪਰ ਜੇ ਕਿਤੇ ਧਰਮ ਸਥਾਨ 'ਤੇ ਬੈਠਾ ਧਰਮ ਗੁਰੂ, ਧਰਮ ਦਾ ਮਾਲਕ, ਧਰਮ ਦੀ ਜਾਣਕਾਰੀ ਰੱਖਣ ਵਾਲਾ ਇਹ ਕਹਿ ਦੇਵੇ ਹੁਣ ਤੂੰ ਗੁਰੂ ਵਾਲਾ ਬਣ ਜਾ, ਫਿਰ ਪਤਾ ਕੀ ਕਹਿੰਦਾ, ਨਹੀਂ ਬਾਬਾ ਜੀ ਗੁਰੂ ਵਾਲੇ ਬਣਨ ਨੂੰ ਕੀ ਹੈ, ਬਸ ਦਿਲ ਸਾਫ਼ ਹੋਣਾ ਚਾਹੀਦਾ, ਐਂ ਕਹਿ ਕੇ ਟੱਪ ਜਾਂਦਾ। ਜੇ ਗੁਰੂ ਘਰ ਦੇ ਵਿੱਚ ਕਹਿੰਦੇ ਆ ਭਾਈ ਹੁਣ ਤਾਂ ਤੇਰੀ ਕਾਫੀ ਉਮਰ ਹੋ ਗਈ, ਅੰਮ੍ਰਿਤ ਛਕ ਲੈ, ਨਾ ਨਾ ਹੈ ਤਾਂ ਜਵਾਨੀ ਦਾ ਟਾਈਮ ਹੈ, ਖਾਣ ਪੀਣ ਦਾ ਟਾਈਮ ਹੈ। ਜੇ ਉਦੋਂ ਵੱਡੀ ਉਮਰ 'ਚ ਕਹਿ ਦਈਏ ਲੈ ਹਜੇ ਬੱਚੇ ਪਾਲਣੇ ਹੈ, ਹਲੇ ਅੰਮ੍ਰਿਤ ਛਕਣ ਨੂੰ ਕੀ, ਅਜੇ ਬੁੜੇ ਹੋਏ ਨੂੰ ਕਹਿ ਦਈਏ ਉਹ ਕਹੂਗਾ ਹੁਣ ਤਾਂ ਬਾਬਾ ਗਾਹਾਂ ਹੀ ਜਾ ਕੇ ਛਕਾਂਗੇ,
ਤੇ ਗਾਹਾਂ ਅਮਰ ਦਾ ਬਾਟਾ ਨਹੀਂ, ਗਾਹਾਂ ਤਪਦੇ ਤੇਲ ਦਾ ਕੜਾ ਹੈ, ਜਿਹਦੇ ਵਿੱਚ ਕੌਡੇ ਵਾਂਗੂ ਤਲ ਤਲ ਕੇ ਮਨੁੱਖਾਂ ਨੂੰ, ਜੀਵਾਤਮਾ ਨੂੰ, ਰੂਹਾਂ ਨੂੰ ਤਸੀਹੇ ਦਿੱਤੇ ਜਾਂਦੇ ਆ। ਉੱਥੇ ਅਮਰ ਦਾ ਬਾਟਾ ਨਹੀਂ, ਉਹ ਇੱਥੇ ਹੀ ਮਿਲਣਾ। ਤਾਈਆਂ ਸਾਨੂੰ ਮਾਤ ਲੋਕ 'ਚ ਬੰਦਾ ਬਣਾ ਕੇ ਭੇਜਿਆ ਵੀ ਥੱਲੇ ਜਾ, ਗੁਰੂ ਨੂੰ ਮਿਲ ਕੇ ਆ, ਗੁਰੂ ਵਾਲਾ ਬਣ ਕੇ ਫਿਰ ਮੇਰੇ ਕੋਲੇ ਆਈ। ਇਹ ਪਰਮੇਸ਼ਰ ਦਾ ਮਾਨੋ ਗੁਰੂ ਦੂਸਰਾ ਰੂਪ ਹੈ, ਮਾਨੋ ਗੁਰੂ ਪਰਮੇਸ਼ਰ ਦਾ ਪੀਏ ਹੈ, ਪਰਸਨਲ, ਖਾਸ। ਆਪ ਨਰੈਣ ਕਲਾ ਤਹਾਰ ਜਗ ਮੈਂ ਪਰਵਰਿਓ, ਭਾਵੇਂ ਕਿ ਪਰਮੇਸ਼ਰ ਦਾ ਇਹ ਦੂਜਾ ਰੂਪ ਹੈ। ਇਹ ਸਰਗੁਣ ਹੈ, ਪਰਮੇਸ਼ਰ ਨਿਰਗੁਣ ਹੈ। ਇਹ ਸਰਗੁਣ ਗੁਰੂ ਦੇ ਕੋਲੋਂ ਮਨੁੱਖ ਗਿਆਨ ਲੈ ਕੇ ਨਿਰਗੁਣ ਦੇ ਵਿੱਚ ਮਿਲ ਸਕਦਾ। ਇਹ ਬੜਾ ਜ਼ਰੂਰੀ ਹੈ। ਤੇ ਜਿਹੜਾ ਨਹੀਂ ਮਿਲਦਾ, ਜਿਹੜਾ ਨਹੀਂ ਗੁਰੂ ਵਾਲਾ ਬਣਦਾ, ਉਹਨਾਂ ਦੇ ਬਾਰੇ ਕਹਿੰਦੇ ਨੇ ਬਿਨ ਨਾਵੈ ਜਨਮ ਗਵਾਵਨਿਆ। ਉਹਨਾਂ ਨੇ ਨਾਮ ਜਪੇ ਤੋਂ ਬਗੈਰ ਜਨਮ ਖਰਾਬ ਕਰ ਲਿਆ। ਸੱਚ ਕਰਨੀ ਸ਼ਬਦ ਹੈ ਸਾਰ। ਮਨੁੱਖ ਦੀ ਜੀਵਨ ਜਿਹੜਾ ਹੈ ਉਹ ਵੀ ਸੱਚ 'ਤੇ ਹੋਵੇ। ਕਰਨੀ ਹੁੰਦੀ ਹੈ ਜੋ ਰੋਜ਼ਾਨਾ ਕੰਮ ਕਰਦੇ ਹਾਂ, ਇਹ ਸਾਡੀ ਕਰਨੀ ਬਣ ਜਾਣੀ ਹੈ ਅੱਗੇ ਚੱਲ ਕੇ। ਠੱਗਾ ਚੋਰਾਂ ਦੀ ਕਰਨੀ ਠੱਗੀਆਂ ਚੋਰਾਂ, ਅਤੇ ਉਹਨਾਂ ਦੀ ਇਹ ਕਰਨੀ ਉਹਨਾਂ ਦੇ ਵਾਸਤੇ ਆਉਣ ਵਾਲੇ ਸਮੇਂ ਦੁਖਦਾਈ ਹੋਵੇਗੀ। ਉਹਦਾ ਫਲ ਵੀ ਉਹਨਾਂ ਨੂੰ ਮਿਲੇਗਾ। ਨਾਮ ਜਪਣਾ, ਸਿਮਰਨ ਭਜਨ ਕਰਨਾ, ਕਿਰਤ ਕਰਨੀ, ਵੰਡ ਛਕਣਾ, ਇਹ ਚੰਗੀ ਕਰਨੀ ਹੈ। ਇਹ ਗੁਰੂ ਨੇ ਸਾਨੂੰ ਰਸਤਾ ਦੱਸਿਆ ਹੈ। ਜਿਹੜਾ ਇਹ ਕਰਨੀ ਕਰੇਗਾ ਉਹ ਸੁਖੀ ਵਸੇਗਾ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਜੈਸੀ ਕਰਨੀ ਮਨੁੱਖ ਕਰਦਾ ਹੈ ਉਹਨੂੰ ਭੋਗਣਾ ਪੈਂਦਾ ਹੈ। ਅਤੇ ਵਧੀਆ ਕਰਨੀ ਸਾਡੇ ਵਾਸਤੇ ਕਿਹੜੀ ਹੈ? ਸੱਚ ਕਰਨੀ, ਸੱਚ 'ਤੇ ਚੱਲਣਾ, ਸੱਚ ਦਾ ਸਾਥ ਦੇਣਾ, ਸੱਚ ਨਾਲ ਜੁੜਨਾ, ਸੱਚ ਦੇ ਮੁਤਾਬਕ ਚੱਲਣਾ। ਸੱਚ ਕਰਨੀ ਸ਼ਬਦ ਹੈ ਸਾਰ। ਜਿਨ੍ਹਾਂ ਨੇ ਸ਼ਬਦ ਦੇ ਤੱਤ ਨੂੰ ਸਮਝ ਲਿਆ। ਸਾਰ ਕੀ ਹੁੰਦਾ ਹੈ? ਅਰਥ। ਹੁਣ ਸਤਿਗੁਰਾਂ ਦੀ ਪਵਿੱਤਰ ਬਾਣੀ ਕਹਿੰਦੀ ਆ, ਐਸਾ ਮਦ ਮੂਲ ਨਾ ਪੀਚਈ ਜਿਤ ਵਰਲ ਪਵੈ ਵਿੱਚ ਆਏ। ਆਪਾਂ ਇਹ ਸੁਣ ਲਿਆ। ਹੁਣ ਇਹਨੂੰ ਪਹਿਲਾਂ ਕਲੀਅਰ ਕਰੋ ਵੀ ਇਹ ਕਿਹਾ ਕੀ ਹੈ ਇੱਥੇ। ਤਾਂ ਕਲੀਅਰ ਇਹ ਹੋਇਆ ਵੀ ਬੰਦਾ ਇਹੋ ਜਿਹਾ ਨਸ਼ਾ ਬਿਲਕੁਲ ਨਾ ਪੀਵੇ ਜਿਹਦੇ ਨਾਲ ਮੱਤ ਮਾਰੀ ਜਾਵੇ। ਵਰਲ ਹੁੰਦਾ ਹਨੇਰੀਆਂ ਚੱਲਣੀਆਂ। ਜਿਵੇਂ ਤੇਜ਼ ਝੱਖੜ ਦੇ ਵਿੱਚ ਬੰਦੇ ਨੂੰ ਸੁੱਝਦਾ ਨਹੀਂ ਗਾ, ਬੰਦੇ ਦਾ ਕਿਤੇ ਪੈਰ ਨਹੀਂ ਲੱਗਦਾ, ਬੰਦਾ ਭਟਕ ਜਾਂਦਾ। ਉਸੇ ਤਰ੍ਹਾਂ ਹੀ ਵਰਲ ਦਿਮਾਗ ਦੇ ਵਿੱਚ ਨਸ਼ੇ ਦੇ ਨਾਲ ਤੇਜ਼ ਹਨੇਰੀਆਂ ਚੱਲ ਜਾਂਦੀਆਂ, ਬੰਦੇ ਦੀ ਮੱਤ ਮਾਰੀ ਜਾਂਦੀ ਹੈ। ਨਸ਼ੇ ਦੇ ਵਿੱਚ ਹੀ ਬੰਦੇ ਤੋਂ ਬਹੁਤ ਸਾਰੇ ਗਲਤ ਕੰਮ ਹੋ ਜਾਂਦੇ ਆ, ਪੁੱਠੇ ਸਿੱਧੇ ਕੰਮ ਹੋ ਜਾਂਦੇ ਆ। ਸਤਿਗੁਰੂ ਪਾਤਸ਼ਾਹ ਇੱਥੇ ਨਸ਼ਿਆਂ ਤੋਂ ਵਰਜਦੇ ਆ। ਹੁਣ ਸੁਣ ਲਿਆ ਤੇ ਫਿਰ ਸਮਝ ਲਿਆ, ਸਾਰ ਤੱਤ ਵੀ ਕੱਢ ਲਿਆ। ਹੁਣ ਅਗਲਾ ਕੰਮ ਕੀ ਹੈ? ਨਸ਼ੇ ਖਾਣੇ ਪੀਣੇ ਬੰਦ ਕਰ ਦਈਏ। ਕਹੋ ਸਤਨਾਮ ਸ੍ਰੀ। ਜੇ ਆ ਤੀਜਾ ਕੰਮ ਨਾ ਕੀਤਾ ਤੇ ਪਹਿਲੇ ਦੋਆਂ ਦਾ ਕੋਈ ਫਾਇਦਾ ਨਹੀਂ। ਬੰਦਾ ਮਨੁੱਖ ਨਹਾਉਂਦਾ ਹੈ, ਨਹਾਉਣਾ ਚਾਹੀਦਾ। ਰੋਜ਼ਾਨਾ ਧੋਤੇ ਕੱਪੜੇ ਪਾਉਂਦੇ ਆ, ਪਾਉਣੇ ਚਾਹੀਦੇ ਆ। ਪਰ ਜੇ ਤੀਜਾ ਕੰਮ ਨਾ ਕੀਤਾ ਫਿਰ ਇਹ ਨਹਾਉਣ ਧੋਣ ਦਾ ਵੀ ਕੀ ਫਾਇਦਾ? ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸਖੇਹ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ। ਕੱਪੜੇ ਗੰਦੇ ਹੋਣ ਤੇ ਸਾਬਣ ਪਾਣੀ ਨਾਲ ਧੋ ਲਓ, ਹੱਥ ਮੂੰਹ ਗੰਦਾ ਤੇ ਪਾਣੀ ਨਾਲ ਧੋ ਲਓ। ਪਰ ਜੇ ਮੱਤ ਗੰਦੀ ਹੈ ਤੇ ਇਹਨੂੰ ਬਾਣੀ ਨਾਲ ਧੋ ਲਓ। ਬਾਣੀ ਨਾਲ ਮੱਤ ਕਿਵੇਂ ਧੋਤੀ ਜਾਊਗੀ? ਬਾਣੀ ਨੂੰ ਪੜ੍ਹੋ, ਵਿਚਾਰੋ, ਉਹਦੇ ਮੁਤਾਬਕ ਚੱਲਣਾ ਸ਼ੁਰੂ ਕਰ ਦਿਓ ਤਾਂ ਪਿਛਲੇ ਮਾੜੇ ਕਰਮ ਛੱਡ ਕੇ ਅੱਗੋਂ ਚੰਗੇ ਕਰਨੇ ਸ਼ੁਰੂ ਕਰ ਦਿਓ ਤਾਂ ਮੱਤ ਸਾਫ਼ ਹੋ ਗਈ। ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਬਚਨ ਹੈ, ਐਸਾ ਮਦ ਮੂਲ ਨ ਪੇਚਈ ਜਿਤ ਬਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮੋਂ ਧੱਕੇ ਖਾਏ। ਅਤੇ ਫਿਰ ਉਹ ਨਸ਼ੇੜੀ ਬੰਦਾ ਜਿਹੜਾ ਹੈ ਘਰੋਂ ਬਾਹਰੋਂ ਹਰ ਥਾਂ ਤੋਂ ਝਿੜਕਾਂ ਖਾਂਦਾ, ਬਾਹਰੋਂ ਵੀ ਕੋਈ ਉਹਦੀ ਰਕਸ਼ਾ ਨਹੀਂ ਕਰਦਾ, ਘਰੇ ਵੀ ਉਹਦੇ ਪੈਂਦੀਆਂ। ਕਿਉਂਕਿ ਚਾਰ ਪੈਸੇ ਘਰ ਦੇ ਕੰਮ ਆਉਣ ਵਾਲੇ ਆ, ਰਾਸ਼ਨ ਪਾਣੀ ਲਿਆਉਣ ਵਾਸਤੇ, ਉਹ ਪੈਸਾ ਉਹ ਨਸ਼ਿਆਂ 'ਤੇ ਲਾ ਦਿੰਦਾ। ਅੱਜ ਕੱਲ੍ਹ ਤਾਂ ਐਸੇ ਭਿਆਨਕ ਨਸ਼ੇ ਚੱਲ ਗਏ
कि भोरा क नशा जिंदगी बर्बाद करता है, तो पैसा उस ते लखां दे रुपया लगता। बंदा इस करके नशा पूरा करने वास्ते चोरियां ठगियां भी मारनियां शुरू कर दिंदा। कोई सतनाम श्री उस नशे की लत नूं पूरी करने वास्ते, क्योंकि हुण वो हटदा नहीं। जे नहीं खांदा तो मौत हुंदी है, मौत तो बचन वास्ते नशा खांदा है, तो नशा प्राप्त करने वास्ते घर दे भांडे टिंडे भी चक दिंदा, बेच दिंदा। कोई सतनाम श्री फिर उस बंदे ने कौन चंगा कहूगा। ऐसा मद मूल न पीछे जित बरल पवै बिच आए, अपना पराया ना पछाणी खसमों धक्के खाए। तो सतगुरां ने सानू इहो ਜਿਹੇ गलत नशियां तो वरते है। नशा तुसी बाणी दा ला लो, जे तुहानू किते बाणी दा नशा लग गया, नाले तुहाडी जिंदगी तंदुरुस्त, नाले तुहाडे ज्ञान इंद्रे एक्टिवेट, समय समय ते सोझी आ जाऊगी, ते नाले गुरु प्यारो तुसी चढ़दी कला में जाओगे। घरे भी खुशी, बाहर भी खुशी, ते रब कोले भी खुशी। ये गुरु ने सानू मंत्र दिता, लिखा ना पातशाह ने, कहो नानक गुर मंत्र दृढ़ाया। केड़ा मंत्र? गुरबाणी मुताबक चलो। की होवेगा? घर सुख बसिया बाहर सुख पाया। फिर घरे भी सुखी ते बाहर भी सुखी, ते नहीं तो फिर परमेश्वर कोले जान वेले भी दुखी। धर्मराज ने चक के तप दे कड़ाहियां वे सिड़ देना। इस करके पातशाह कहंदे सच करनी शब्द है सार, पूरे गुर पाईए मोख द्वार। आओ पूरे गुरु नूं मिलीए, उन्हां दे कोलों इन्हां भरमां भुलेखियां डरां बहमां इन्हां नशियां तो मुक्ति पाउण वास्ते गुरु नूं पुछीए। गुरु अमरदास महाराज जी कहंदे आओ गुरु नूं पुछीए, असीं इन्हां डरां नूं भैयां नूं इन्हां विकारां नूं किवें खत्म करिए। पहला तो अरदास करया करिए रोज आके, काम क्रोध और लोभ मोह बिनस जाए अहमेव, नानक प्रभ शरनागति कर प्रसाद गुरदेव। ये अरदास आ। देखो दो पंक्तियां विच पूरी गल करती पातशाह जी ने। ये अरदास है सिख दे वास्ते। प्रसाद का मतलब है इत्थे कृपा, गुरदेव का मतलब सतगुरु जी मेरे ते कृपा करो, मेरे अंदरों इन्हां पंजां विकारां दा खात्मा हो जावे। क्योंकि सारियां माड़ियां गल्लां दा कारण ये पंजे ही है। हौमै दीर्घ रोग है, सारे रोगां तो वड्डा रोग हंकार है। हौमै अंदर हुंदी आ बंदे दे, बीमारी अंदर हुंदी आ, दवाई अंदर ही सिੱਟਣੀ पैंदी आ। हंकार की बीमारी अंदर है, दवाई भी अंदर है। हौमै दीर्घ रोग है, दारू पी इस माहे। अंदर ही पी है दवाई, बस दवाई नूं बीमारी ते लाउणा है। किवें? किरपा करे जी अपनी तां गुर का शब्द कमाहे। गुरु किरपा करे तो सिख शब्द की कमाई करे। अण दिन बाणी शब्द सुनाए। गुरु कोलों पता लगता कि इन्हां तो किवें बचिया जाए, पंजां विकारां तो किवें बचिया जाए। ईरखा निंदिया चुगली दुई दवैत, इन्हां तो किवें बचिया जावे। मौत का डर है, इस तो भी किवें बचिया जावे। मौत का डर भी गुरु चक दिंदा है, ये समझा के कि मौत सब नूं आउणी है। जिन्हां नूं ज्ञान हो गया कि मैं मरदा नहीं, मैं ये शरीर छड्ड के आपदे घरे जा रहा, जिवें कोई बच्ची जिसनों ये पता है कि मेरी शादी हो रही है, ब्याह हो रहा है, तो मैं अपने घरे जा रही हाँ। भावें कि वो मोह करके रोंदी आ, माँ प्यो के कोल 20-25 साल रही आ, मोह करके रोंदी आ, पर अंदर उन्हों कुछ प्रकाश भी है, चानन भी है कि मैं आपदे घरे जा रही हूँ। पर ਜਿਹੜੀਆਂ बिना माँ प्यो की आग्या तो, बिना पति तो आपे ही घरों निकल जाती है, फिर उन्हों की हालत दुनिया को पता ही है कैसी होंदी है। कोई सतनाम। इस तरह जीव इस्त्रियां जिहड़ियां गुरु बनाए बगैर शरीर नूं छड्ड जांदियां, भाव पिछे पढ़िया सीगा, मरण लिखाए आए नहीं बूझे,
ਮਨਮੋ ਕਰਮ ਕਰੇ ਨਹੀਂ ਪਾਏ, ਬਿਨ ਨਾਵੇ ਜਨਮ ਗਵਾਵਣਿਆ। ਮਨੁੱਖਾ ਜੀਵਨ ਮਸਾਂ ਮਿਲਿਆ, ਇਹ ਤੋਂ ਲਾਹਾ ਖੱਟਣਾ ਹੈ ਪਰਮੇਸ਼ਰ ਵਿੱਚ ਮਿਲਣ ਦਾ। ਪਰ ਜਿਨ੍ਹਾਂ ਨੇ ਗੁਰੂ ਨੂੰ ਜਾਂ ਗੁਰੂ ਮਾਂ ਪਿਓ ਨੂੰ, ਬੱਚੀ ਨੇ ਮਾਂ ਪਿਓ ਨੂੰ ਤੇ ਸਿੱਖ ਨੇ ਗੁਰੂ ਨੂੰ, ਮਨੁੱਖ ਨੇ ਗੁਰੂ ਨੂੰ ਨਹੀਂ ਪੁੱਛਿਆ, ਤੇ ਉਹ ਵੀ ਆਪਣਾ ਜੀਵਨ ਉੱਦਾਂ ਹੀ ਬਰਬਾਦ ਕਰ ਜਾਣਗੇ, ਟੇਢੀਆਂ ਜੂਨਾਂ ਵਿੱਚ ਪੈ ਜਾਣਾ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਇਹਨਾਂ ਜੂਨਾਂ ਚੋਂ ਨਿਕਲ ਕੇ ਆਇਆ ਤੇ ਦੁਬਾਰਾ ਫਿਰ ਇਹਨਾਂ ਜੂਨਾਂ ਵੀ ਚਲਿਆ ਜਾਣਾ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲੇ ਦੇ ਸੰਜਰੀਆ। ਜੇ ਤੇਰਾ ਇਰਾਦਾ ਹੈ ਤੇ ਗੁਰੂ ਵਾਲਾ ਬਣ। ਚਿਰੰਕਾਲ ਪਤਾ ਨਹੀਂ ਕਿੰਨਾ ਸਮਾਂ, ਕਾਲ ਹੁੰਦਾ ਸਮਾਂ, ਚਿਰੰਗ ਲੰਬੇ ਸਮੇਂ ਤੋਂ ਬਾਅਦ ਤੈਨੂੰ ਮਨੁੱਖ ਬਣਾਇਆ ਗਿਆ। ਹੁਣ ਇਹਦਾ ਲਾਹਾ ਖੱਟ ਲੈ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ। ਲਾਹਾ ਖੱਟ। ਪ੍ਰੀਤਮ ਜੀ ਕਹਿੰਦੇ ਜਿਨ੍ਹਾਂ ਨੇ ਇਸ ਗੱਲ ਨੂੰ ਸਮਝ ਲਿਆ, ਸੱਚ ਕਰਨੀ ਸ਼ਬਦ ਹੈ ਸਾਰ, ਕਿ ਸਾਨੂੰ ਗੁਰਮਤਿ ਅਨੁਸਾਰ ਚੱਲਣ ਦੇ ਲਈ ਗੁਰਬਾਣੀ ਦਾ ਮਾਰਗਦਰਸ਼ਨ ਲੈਣਾ ਚਾਹੀਦਾ। ਪੂਰੇ ਗੁਰ ਪਾਈਐ ਮੋਖ ਦੁਆਰ, ਉਹ ਪੂਰੇ ਗੁਰੂ ਨੂੰ ਮਿਲਦੇ ਹੈ। ਕੋਈ ਸਮਾਂ ਸੀ ਪਹਿਲਾਂ ਗੁਰੂ ਲੱਭਦਾ ਨਹੀਂ ਸੀ, ਮਨੁੱਖ ਨੂੰ ਪਛਾਣ ਨਹੀਂ ਸੀ ਆਉਂਦੀ, ਔਰ ਭਟਕਿਆ ਹੋਇਆ ਠੱਗਾਂ ਦੇ ਢਹੇ ਵੀ ਚੜ ਜਾਂਦਾ ਸੀਗਾ। ਭਗਤ ਕਬੀਰ ਸਾਹਿਬ ਨੂੰ ਦੇਖੋ ਕਿਵੇਂ ਗੁਰੂ ਲੱਭਣਾ ਪਿਆ। ਉਹਨਾਂ ਦੇ ਸਮੇਂ ਦਾ ਜਿਹੜਾ ਗੁਰੂ ਹੈ ਉਹ ਰਾਮਾਨੰਦ ਹੈ, ਸੰਸਾਰ ਨੂੰ ਗੁਰਮਤਿ ਦਾ ਗਿਆਨ ਦਿੰਦਾ ਹੈ। ਪਰ ਉਸ ਸਮੇਂ ਜਿਹੜੇ ਪੰਡਿਤ ਹਨ, ਬ੍ਰਾਹਮਣ ਹਨ, ਉਹ ਆਮ ਜਨਤਾ ਨੂੰ ਗੁਰੂ ਦੇ ਨੇੜੇ ਨਹੀਂ ਸੀ ਜਾਣ ਦਿੰਦੇ, ਮੰਦਿਰਾਂ ਦੇ ਨੇੜੇ ਨਹੀਂ ਸੀ ਜਾਣ ਦਿੰਦੇ। ਹੁਣ ਭਗਤ ਕਬੀਰ ਸਾਹਿਬ ਜੀ ਨੂੰ ਪਤਾ ਲੱਗਿਆ ਕਿ ਬੰਦੇ ਨੂੰ ਗੁਰੂ ਵਾਲਾ ਬਣਨਾ ਚਾਹੀਦਾ ਹੈ, ਤੇ ਇਸ ਮੌਕੇ ਦਾ ਗੁਰੂ ਰਾਮਾਨੰਦ ਹੈ, ਤੇ ਰਾਮਾਨੰਦ ਦੇ ਚਰਨੀ ਲੱਗਿਆ ਹੀ ਮੇਰਾ ਉਧਾਰ ਹੋਣਾ, ਹੋਰ ਥਾਂ ਕਿਤੇ ਜਾ ਕੇ ਉਧਾਰ ਨਹੀਂ ਹੋਣਾ। ਹੁਣ ਰਾਮਾਨੰਦ ਨੂੰ ਗੁਰੂ ਬਣਾਉਣਾ, ਪਰ ਮੌਕੇ ਦੇ ਜਿਹੜੇ ਈਰਖਾਲੂ ਧਰਮ ਦੇ ਮੁਖੀ ਬ੍ਰਾਹਮਣ ਹਨ, ਉਹ ਆਮ ਜਨਤਾ ਨੂੰ ਗੁਰੂ ਦੇ ਨੇੜੇ ਨਹੀਂ ਜਾਣ ਦਿੰਦੇ। ਤਾਂ ਕੀ ਹੋਇਆ, ਅੱਧੀ ਰਾਤ ਨੂੰ ਭਗਤ ਕਬੀਰ ਸਾਹਿਬ ਜੀ ਉੱਠੇ, ਤੇ ਜਿੱਥੋਂ ਦੀ ਲੰਘ ਕੇ ਰਾਮਾਨੰਦ ਜੀ ਗੰਗਾ ਤੇ ਇਸ਼ਨਾਨ ਕਰਨ ਜਾਂਦੇ ਆ ਨਾ, ਉਸ ਡੰਡੀ ਤੇ ਟੇਢੇ ਪੈ ਗਏ, ਲੰਮੇ ਪੈ ਗਏ। ਤੇ ਜਦੋਂ ਹਨੇਰੇ ਦੇ ਵਿੱਚ ਰਾਮਾਨੰਦ ਜੀ ਲੰਘੇ ਜਾ ਰਹੇ ਨੇ ਇਸ਼ਨਾਨ ਕਰਨ ਵਾਸਤੇ, ਤੜਕੇ 2 ਵਜੇ, ਤੇ ਠੇਡਾ ਵੱਜਿਆ, ਫੀਲ ਹੋਇਆ ਵੀ ਥੱਲੇ ਕੋਈ ਬੰਦਾ ਪਿਆ। ਤੇ ਰੱਬ ਦੇ ਪਿਆਰੇ ਹਰੇਕ ਨੂੰ ਕਹਿੰਦੇ ਆ ਨਾਮ ਜਪੋ। ਉਸੇ ਸੁਭਾਅ ਮੁਤਾਬਕ ਰਾਮਾਨੰਦ ਜੀ ਨੇ ਹੱਥ ਲਾਇਆ, ਥੱਲੇ ਬੰਦਾ ਹੈ, ਬਾਂਹ ਫੜ ਲਈ, ਬਾਂਹ ਫੜ ਕੇ ਉਹਨਾਂ ਨੂੰ ਖੜੇ ਕੀਤਾ। ਕਹਿੰਦੇ ਖੜਾ ਹੋ ਭਾਈ, ਉੱਠ, ਉਠੋ ਰਾਮ ਕੇ, ਰਾਮ ਕਹਿਣ ਦਾ ਸਮਾਂ, ਰਾਮ ਕਹੋ। 3 ਵਾਰੀ ਉਹਨਾਂ ਨੂੰ ਰਾਮ ਸ਼ਬਦ ਦਾ ਉਪਦੇਸ਼ ਦੇਣਾ ਕੀਤਾ। ਕਹੋ ਸਤਨਾਮ ਸ੍ਰੀ। ਤੇ ਅੱਜ ਤਾਂ ਗੁਰੂ ਲੱਭਣਾ ਕੋਈ ਔਖਾ ਨਹੀਂ, ਸਾਡਾ ਮਾਰਗਦਰਸ਼ਨ ਗੁਰਬਾਣੀ ਕਰਦੀ ਹੈ। ਪੰਜਾਂ ਨੂੰ ਮਿਲ ਕੇ ਗੁਰਬਾਣੀ ਦੇ ਲੜ ਲੱਗੀਏ ਆਪਾਂ। ਕਹੋ ਸਤਨਾਮ, ਪੰਜਾਂ ਪਿਆਰਿਆਂ ਨੂੰ ਮਿਲ ਕੇ ਗੁਰਬਾਣੀ ਦੇ ਲੜ ਲੱਗੀਏ। ਤਾਂ ਇਹ ਮਾਰਗ ਦਰਸ਼ਨ ਕਰਨ ਵਾਸਤੇ ਆਈ ਆ। ਪਰ ਕੋਈ ਸਮਾਂ ਸੀ ਕਿ ਗੁਰੂ ਪ੍ਰੀਖਿਆ ਬੜੀ ਪਾਉਂਦਾ ਸੀਗਾ। ਪ੍ਰੀਖਿਆ ਅੱਜ ਵੀ ਪੈਂਦੀ ਆ, ਬਿਰਲੇ ਬਿਰਲੇ ਪਾਸ ਹੁੰਦੇ ਆ, ਉਦੋਂ ਵੀ ਪ੍ਰੀਖਿਆ ਬੜੀ ਪੈਂਦੀ ਸੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸੱਚ ਕਰਨੀ ਸ਼ਬਦ ਹੈ ਸਾਰ, ਪੂਰੈ ਗੁਰ ਪਾਈਐ ਮੋਖ ਦੁਆਰ। ਆਂਦਿਨ ਬਾਣੀ ਸ਼ਬਦ ਸੁਣਾਏ, ਸੱਚ ਰਾਤੇ ਰੰਗ ਰੰਗਾਵਣਿਆ। ਹੁਣ ਜਿਹੜੇ ਸੱਚ 'ਤੇ ਚੱਲਣਗੇ, ਪਹਿਲੀ ਗੱਲ ਤਾਂ ਸਾਡੇ ਜੀਵਨ ਵਿੱਚ ਸੱਚ ਹੋਣਾ ਜ਼ਰੂਰੀ ਆ, ਫਿਰ ਬਾਣੀ ਸਾਡਾ ਮਾਰਗਦਰਸ਼ਨ ਕਰੂਗੀ। ਜੇ ਅਸੀਂ ਆਪਣੇ ਜੀਵਨ ਨੂੰ ਕਲਵੰਟ ਨਹੀਂ ਕਰਦੇ, ਭਾਵੇਂ ਗੁਰੂ ਨੇ ਕਰਨਾ ਹੈ, ਪਰ ਗੁਰੂ ਤਾਂ ਹੀ ਕਰੂ ਜੇ ਸਿੱਖ ਮੰਨੂਗਾ। ਸੋਨਾ ਬਹੁਤ ਕੋਮਲ ਹੁੰਦਾ, ਨਰਮ ਹੁੰਦਾ, ਜਿਵੇਂ ਜਿਵੇਂ ਸੁਨਿਆਰ ਮੋੜਦਾ, ਮੋੜੀ ਜਾਂਦਾ, ਸੌਖਾ ਮੁੜ ਜਾਂਦਾ। ਤੇ ਲੋਹਾ ਬੜਾ ਕਠੋਰ ਹੁੰਦਾ ਹੈ, ਪੋਲੇ ਖੜਕੜੇ ਨਹੀਂ ਮੁੜਦਾ। ਤੇ ਮਨਮੁਖ ਲੋਹੇ ਵਰਗਾ ਹੈ, ਤੇ ਜਿਹੜਾ ਗੁਰਮੁਖ ਉਹ ਸੋਨੇ ਵਰਗਾ ਹੈ। ਦੇਹ ਸੋ ਕੰਚਨ ਚੰਗੜੀਆ। ਤੋ ਇਸੇ ਤਰ੍ਹਾਂ ਜੇ ਬੰਦਾ ਮੰਨੇ ਤੇ ਫਿਰ ਇਹਦਾ ਉਧਾਰ ਹੋ ਸਕਦਾ, ਨਹੀਂ ਤਾਂ ਫਿਰ ਪ੍ਰੀਤਮ ਨੇ ਕਹਿ ਦਿੱਤਾ ਸਤਿਗੁਰ ਸਾਚਾ ਕਿਆ ਕਰੇ,
ਜੋ ਸਿੱਖਾਂ ਮਹਿ ਚੂਕ, ਅੰਧੇ ਏਕ ਨ ਲਾਗਈ, ਜੋ ਬਾਂਸ ਬਜਾਈਐ ਫੂਕ। ਨਹੀਂ ਤਾਂ ਇਸ ਨੂੰ ਅੰਨੇ ਨੂੰ ਇੱਕ ਨਹੀਂ ਲੱਗਦੀ, ਇੱਧਰ ਦੀ ਸੁਣਦਾ ਇੱਧਰ ਦੀ ਕੱਢ ਦਿੰਦਾ, ਜਿਵੇਂ ਕੋਈ ਫੂਕਣੀ ਦੇ ਵਿੱਚ ਦੀ ਹਵਾ ਮਾਰਦਾ ਚੁੱਲ੍ਹੇ 'ਚ। ਕਹੋ ਸਤਿਨਾਮ ਸ੍ਰੀ। ਗੁਰੂ ਕੀ ਕਰੇ ਉੱਥੇ? ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਜਿਹੜੇ ਸੱਚ 'ਤੇ ਚੱਲਣਗੇ, ਸੱਚ ਕਰਨੀ ਸ਼ਬਦ ਹੈ ਸਾਰ, ਜਿਹੜੇ ਗੁਰਮਤਿ ਅਨੁਸਾਰ ਗੁਰਬਾਣੀ ਮੁਤਾਬਕ ਚੱਲਣਗੇ, ਪੂਰੇ ਗੁਰ ਪਾਈਐ ਮੋਖ ਦੁਆਰ। ਉਹ ਪੂਰੇ ਗੁਰੂ ਨੂੰ ਮਿਲਣਗੇ ਤੇ ਪੂਰੇ ਗੁਰੂ ਨੂੰ ਮਿਲ ਕਰਕੇ ਉਹ ਮੁਕਤੀ ਪ੍ਰਾਪਤ ਕਰ ਲੈਣਗੇ। ਅਣ ਦਿਨ ਬਾਣੀ ਸ਼ਬਦ ਸੁਨਾਏ, ਤੇ ਗੁਰੂ ਕੋਲੇ ਜਾਣਗੇ ਤੇ ਗੁਰੂ ਕੀ ਕਰਦਾ ਫਿਰ? ਉਹ ਬਚਨ ਸੁਣਾਉਂਦਾ। ਭਾਵ ਕਿਸੇ ਨੂੰ ਸਮਝਾਉਣ ਵਾਸਤੇ ਕੁਝ ਸੁਣਾਉਣਾ ਪੈਂਦਾ ਨਾ, ਤੇ ਜਿਹੜਾ ਗੁਰੂ ਸੁਣਾਉਂਦਾ ਉਹਨੂੰ ਬਾਣੀ ਕਹਿੰਦੇ ਆ। ਇਹ ਗੁਰਬਾਣੀ ਗੁਰੂਆਂ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਈ, ਸਾਡਾ ਮਾਰਗ ਦਰਸ਼ਨ ਕਰਨ ਵਾਸਤੇ। ਇਸ ਕਰਕੇ ਸਤਿਗੁਰੂ ਅਮਰਦਾਸ ਜੀ ਇੱਕ ਥਾਂ ਤੇ ਕਹਿੰਦੇ ਹਨ, ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੈ ਭਾਈ। ਵਿਛੜ ਚੋਟਾਂ ਖਾਵੈ, ਬਿਨ ਸਤਿਗੁਰ ਸੋ ਕਦੇ ਨ ਪਾਵੈ ਭਾਈ, ਫਿਰ ਪਛੋਤਾਵੈ। ਪ੍ਰੀਤਮ ਜੀ ਅੱਗੇ ਕਹਿੰਦੇ, ਆਂਡਿਨ ਬਾਣੀ ਸ਼ਬਦ ਸੁਨਾਏ, ਸੱਚ ਰਾਤੇ ਰੰਗ ਰੰਗਾਵਣਿਆ। ਉਹ ਸੱਚ ਦੇ ਰੰਗ ਵਿੱਚ ਰੰਗੇ ਜਾਂਦੇ ਨੇ। ਰਸਨਾ ਹਰ ਰਸ ਰਾਤੀ ਰੰਗ ਲਾਏ, ਤੇ ਸ਼ੁਰੂਆਤ ਹੁੰਦੀ ਹੈ ਰਸਨਾ ਤੋਂ, ਜੀਵ ਤੋਂ। ਪਹਿਲਾਂ ਉੱਚੀ ਬੋਲਿਆ ਜਾਂਦਾ, ਇਹਨੂੰ ਬੈਖਰੀ ਬਾਣੀ ਕਹਿੰਦੇ ਆ। ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ, ਕਿਉਂਕਿ ਸਾਡਾ ਮਨ ਬੋਲਾ ਹੋਇਆ ਵਾ। ਇਹ ਤੇ ਮਾਇਆ ਦਾ ਪ੍ਰਭਾਵ ਹੈ। ਇਹ ਅੰਨਾ ਵੀ ਹੈ ਮਨੁੱਖ ਤੇ ਬੋਲਾ ਵੀ ਹੈ। ਜਿਵੇਂ ਪਿੱਛੇ ਪੜ੍ਹਿਆ ਮਨਮੁਖ ਅੰਧੇ, ਤੇ ਇੱਕ ਥਾਂ ਤੇ ਲਿਖਿਆ ਮਾਇਆ ਧਾਰੀ ਅਤ ਅੰਨਾ ਬੋਲਾ। ਤਾਂ ਤੇ ਬੋਲੇ ਬੰਦੇ ਥੋੜ੍ਹਾ ਉੱਚੀ ਸੁਣਾਉਣਾ ਪੈਂਦਾ, ਆਪਣੇ ਮਨ ਨੂੰ ਉੱਚੀ ਸੁਣਾਉਣਾ ਪੈਂਦਾ। ਇਹ ਬੋਲਾ, ਤੇ ਜਦੋਂ ਇਹਨੂੰ ਰਸ ਆਉਣ ਲੱਗ ਪਿਆ ਸੁਣ ਸੁਣ ਕੇ, ਫਿਰ ਇਹ ਧਿਆਨ ਦੇਵੇਗਾ, ਫਿਰ ਇਹਨੂੰ ਸੁਣਨ ਵੀ ਲੱਗ ਜੂਗਾ। ਹਜੇ ਇੱਧਰੋਂ ਇਹ ਬੋਲਾ ਹੀ ਸਮਝੋ। ਤਾਂ ਬੈਖਰੀ ਬਾਣੀ ਵਿੱਚ ਗਾਉਣਾ, ਤਾਂ ਸ਼ੁਰੂਆਤ ਹੋਣੀ ਹੈ ਰਸਨਾ ਤੋਂ। ਕਬੀਰਾ ਮੇਰੀ ਸਿਮਰਨੀ ਰਸਨਾ ਉਪਰ ਰਾਮ। ਤਾਂ ਉਹਨਾਂ ਦੀ ਮਾਲਾ ਕਿਹੜੀ ਸੀ? ਰਾਮ 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 ਰਾਮ। ਉਹ ਕਹਿੰਦੇ ਮੈਂ ਮਾਲਾ ਦੀ ਬਜਾਏ ਰਸਨਾ ਨਾਲ ਰਾਮ ਰਾਮ ਕਰਦਾ ਹਾਂ। ਤੇ ਕਈ ਮਨੁੱਖ ਹੱਥ ਵਿੱਚ ਤਾਂ ਮਾਲਾ ਘੁੰਮੀ ਜਾਂਦੀ ਹੈ, ਪਰ ਅੰਦਰ ਕੁਛ ਹੋਰ ਹੀ ਚੱਲੀ ਜਾਂਦਾ। ਕੋਈ ਸਤਿਨਾਮ ਸ੍ਰੀ। ਜੀਵ ਦੇ ਉੱਤੇ ਨਾਮ ਦੀ ਮਾਲਾ ਨਹੀਂ ਚੱਲਦੀ। ਕਰ ਮੈਂ ਮਾਲਾ ਫਿਰੇ, ਤੇ ਮਨ ਮੈਂ ਸੰਸਾਰ ਦੇ ਫੁਰਨੇ ਉਹ ਚੱਲੀ ਜਾਂਦੇ ਆ। ਇਸ ਕਰਕੇ ਕਬੀਰ ਸਾਹਿਬ ਜੀ ਨੇ ਦੱਸਿਆ ਕਿ ਮਾਲਾ ਤਾਂ ਪ੍ਰਵਾਨ ਹੈ ਜੇ ਰਸਨਾ ਉੱਤੇ ਰਾਮ ਰਾਮ ਚੱਲਦਾ, ਵਾਹਿਗੁਰੂ ਚੱਲਦਾ। ਜੇ ਰਸਨਾ ਉੱਤੇ ਨਾਮ ਨਹੀਂ ਚੱਲਦਾ, ਫਿਰ ਤੁਹਾਡੀ ਧਾਰਮਿਕ ਜੇ ਜਿੰਨੇ ਵੀ ਰੀਤੀ ਰਿਵਾਜ ਹੈ ਉਹ ਬੇਕਾਰ ਆ। ਸ਼ੁਰੂਆਤ ਰਸਨਾ ਤੋਂ ਹੋਣੀ ਆ। ਰਸਨਾ ਹਰ ਰਸ ਰਾਤੀ ਰੰਗ ਲਾਏ। ਜਿਨ੍ਹਾਂ ਦੀ ਰਸਨਾ ਹਰੀ ਦੇ ਰਸ ਵਿੱਚ ਰੰਗੀ ਗਈ। ਜਦੋਂ ਵਾਹਿਗੁਰੂ ਮੰਤਰ 'ਚੋਂ ਜਾਂ ਗੁਰਮੰਤਰ ਜੋ ਵੀ ਸਾਨੂੰ ਸਾਡੇ ਧਰਮ ਮੁਤਾਬਕ ਸਾਨੂੰ ਮਿਲਿਆ, ਜਦੋਂ ਅਸੀਂ ਉਸ ਧਾਰਮਿਕ ਮੰਤਰ ਨੂੰ ਜਪਦੇ ਹੋਏ ਸਵਾਦ ਲੈਣ ਲੱਗ ਜਾਂਗੇ। ਇੱਕ ਤਾਂ ਕੰਮ ਕਰਨਾ ਬੱਧਾ ਚੱਟੀ, ਤੇ ਇੱਕ ਕਰਨਾ ਡੁੱਬ ਕੇ। ਦੋਨਾਂ 'ਚ ਬੜਾ ਫਰਕ ਹੈ। ਜਿਹੜਾ ਡੁੱਬ ਕੇ ਕਰਦਾ ਉਹਨੂੰ ਰਸ ਵੀ ਆਉਂਦਾ, ਸਵਾਦ ਵੀ ਆਉਂਦਾ, ਖੁਦ ਨੂੰ ਵੀ ਆਉਂਦਾ, ਦੂਜੇ ਨੂੰ ਵੀ ਆਵੇਗਾ। ਦੋ ਸਿੱਖ ਆਏ ਪੰਜਵੇਂ ਪਾਤਸ਼ਾਹ ਜੀ ਦੇ ਕੋਲ। ਮਹਾਰਾਜ ਜੀ ਅਸੀਂ ਕੀਰਤਨ ਕਰਦੇ ਹਾਂ, ਪਰ ਸੰਗਤ ਜੁੜਦੀ ਨਹੀਂ, ਬਹਿੰਦੀ ਨਹੀਂ, ਪਤਾ ਨਹੀਂ ਕੀ ਗੱਲ ਆ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਭਾਈ ਉਹਨਾਂ ਨੂੰ ਰਸ ਨਹੀਂ ਆਉਂਦਾ ਹੋਣਾ। ਜਿੰਨਾ ਚਿਰ ਤੁਹਾਨੂੰ ਇਹ ਫੀਲ ਕਰਿਓ ਵੀ ਤੁਹਾਨੂੰ ਸਵਾਦ ਨਹੀਂ ਆਉਂਦਾ, ਰਸ ਨਹੀਂ ਆਉਂਦਾ ਕੀਰਤਨ ਦਾ, ਓਨਾ ਚਿਰ ਦੂਜੇ ਨੂੰ ਵੀ ਨਹੀਂ ਆਉਣਾ। ਫਿਰ ਮਹਾਰਾਜ ਸਾਨੂੰ ਰਸ ਕਿਉਂ ਨਹੀਂ ਆਉਂਦਾ? ਕੀਰਤਨ ਇੰਨਾ ਕਰਦੇ ਆ। ਬਾਬਾ ਜੀ ਕਹਿੰਦੇ ਅਸਲ ਵਿੱਚ ਕੀਰਤਨ ਕਰਨ ਵੇਲੇ ਤੁਹਾਡਾ ਧਿਆਨ ਮਾਇਆ 'ਚ ਹੁੰਦਾ ਹੋਣਾ। ਕੋਈ ਸਤਨਾਮ ਕੋਈ ਅੱਜ ਕਿੰਨੀ ਕੁ ਆ ਗਈ, ਉਹ ਨੋਟ ਹੀ ਗਿਣੀ ਜਾਂਦੇ ਹੋ। 1 ਆ ਗਿਆ, 2 ਆ ਗਏ, 4 ਆ ਗਏ।
ਤੁਸੀਂ ਮਾਇਆ ਵੱਲੋਂ ਧਿਆਨ ਖਿੱਚ ਕੇ ਡੁੱਬ ਜਾਓ ਸ਼ਬਦ ਵਿੱਚ। ਤੁਸੀਂ ਇਸ ਤਰ੍ਹਾਂ ਗਾਓ ਕਿ ਮੇਰੇ ਸਾਹਮਣੇ ਗੁਰੂ ਬੈਠਾ, ਮੈਂ ਉਹਨੂੰ ਸੁਣਾ ਰਿਹਾ, ਤੁਹਾਨੂੰ ਰਸ ਆਵੇਗਾ, ਸਵਾਦ ਆਵੇਗਾ, ਫਿਰ ਸੰਗਤ ਨੂੰ ਰਸ ਆਵੇਗਾ। ਫਿਰ ਦੇਖੋ ਤੁਹਾਡੇ ਸਾਹਮਣੇ ਕਿਵੇਂ ਸੰਗਤ ਸੁਣਦੀ ਆ ਬੈਠ ਕੇ, ਕਿਉਂਕਿ ਕਿਸੇ ਬੰਦੇ ਨੂੰ ਰਸ ਨਹੀਂ ਆਉਂਦਾ ਤੇ ਕੋਈ ਨਹੀਂ ਬਹਿੰਦਾ। ਪ੍ਰੀਤਮ ਜੀ ਕਹਿੰਦੇ ਰਸਨਾ ਹਰ ਰਸ ਰਾਤੀ ਰੰਗ ਲਾਏ। ਜਿਹੜੀ ਰਸਨਾ ਹਰੀ ਦੇ ਰੰਗ ਵਿੱਚ ਰੰਗੀ ਗਈ, ਉਸ ਰਸਨਾ ਤੋਂ ਨਿਕਲੇ ਬਚਨ ਦੂਜੇ ਤੇ ਕੰਮ ਕਰਦੇ ਆ। ਬੰਦੂਕ ਕਿਹੜੀ ਕੰਮ ਕਰੂਗੀ? ਜਿਹੜੀ ਬੰਦੂਕ ਦੇ ਵਿੱਚ ਗੋਲੀ ਹੋਊਗੀ। ਖਾਲੀ ਬੰਦੂਕ ਦੇ ਘੋੜੇ ਨੱਪਿਆ ਕੋਈ ਨਹੀਂ ਮਰਦਾਗਾ। ਕਹੋ ਸਤਨਾਮ ਸ੍ਰੀ। ਭਰੀ ਬੰਦੂਕ ਹੋਵੇ ਤੇ ਕੁਛ ਕਰ ਸਕਦੀ ਆ। ਸੰਤ ਮਹਾਂਪੁਰਸ਼ ਬਾਬਾ ਜਰਨੈਲ ਸਿੰਘ ਜੀ, ਉਹਨਾਂ ਦੇ ਬਚਨ ਐਸੇ ਮਹਾਨ ਸਨ ਕਿ ਉਹਨਾਂ ਦੇ ਮੁਖ ਚੋਂ ਨਿਕਲੇ ਹਰ ਬਚਨ ਸੰਸਾਰ ਦੇ ਉੱਤੇ ਅਸਰ ਕਰਦੇ ਸੀ। ਇਹ ਤਪੱਸਿਆ ਦਾ, ਭਜਨ ਬੰਦਗੀ ਦਾ ਫਰਕ ਆ। ਖੈਰ ਆਪਾਂ ਅੱਗੇ ਚੱਲੀਏ। ਰਸਨਾ ਹਰ ਰਸ ਰਾਤੀ ਰੰਗ ਲਾਏ। ਕਿਹੜੀ? ਜਿਹੜੀ ਅਣ ਦਿਨ ਬਾਣੀ ਸ਼ਬਦ ਸੁਣਾਏ। ਜਿਹੜੀ ਰੋਜ਼ਾਨਾ ਬਾਣੀ ਪੜ੍ਹਦੀ ਆ, ਸ਼ਬਦ ਸੁਣਦੀ ਆ ਤੇ ਗਾਉਂਦੀ ਆ। ਸੱਚ ਰਾਤੇ ਰੰਗ ਰੰਗਾਵਣੀਆਂ। ਉਹ ਸਿੱਖਾਂ ਦੀ ਮੈਂ ਗੱਲ ਕਰ ਰਿਹਾ। ਹੁਣ ਪਿੱਛੇ ਮਨਮੁਖ ਦੀ ਗੱਲ ਕੀਤੀ ਥੋੜ੍ਹੀ ਜੀ, ਹੁਣ ਗੁਰਮੁਖ ਦੀ ਗੱਲ ਚੱਲ ਪਈ ਆ। ਜਿਨ੍ਹਾਂ ਦੀ ਰਸਨਾ ਉੱਤੇ ਪਰਮੇਸ਼ਰ ਦਾ ਨਾਮ ਚੱਲਦਾ, ਜਿਨ੍ਹਾਂ ਸਾਸ ਗਿਰਾਸ ਨ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਤਾਂ ਜਿਨ੍ਹਾਂ ਦੀ ਰਸਨਾ ਦੇ ਉੱਤੇ ਹਰੀ ਦਾ ਨਾਮ ਚੱਲਦਾ ਹੈ, ਅਣਦਿਨ ਬਾਣੀ ਸ਼ਬਦ ਸੁਣਾਏ, ਸੱਚ ਰਾਤੇ ਰੰਗ ਰੰਗਾਵਣਿਆ। ਅੱਗੇ ਪਾਤਸ਼ਾਹ ਕਹਿੰਦੇ ਹਨ ਅਗਲੇ ਪਦੇ ਵਿੱਚ, ਰਸਨਾ ਹਰ ਰਸ ਤੀ ਰੰਗ ਲਾਏ। ਤੇ ਜਿਹੜੀ ਰਸਨਾ ਹਰੀ ਦੇ ਰਸ ਵਿੱਚ ਰੰਗੀ ਹੋਈ ਹੈ, ਮਨ ਤਨ ਮੋਹੇ ਅਸਹਿਜ ਸੁਭਾਏ। ਉਹਦਾ ਮਨ ਵੀ ਸਵਾਦ ਲਊਗਾ, ਤਨ ਵੀ ਸਵਾਦ ਲਊਗਾ ਸ਼ਬਦ ਚੋਂ, ਹੁਣ ਰਸ ਆਊਗਾ। ਰਸ ਦਾ ਮਤਲਬ ਹੈ ਸਵਾਦ, ਤੇ ਸਵਾਦ ਦਾ ਇੱਕ ਹੋਰ ਅਰਥ ਨਿਕਲਿਆ। ਅਸੀਂ ਕੇਵਲ ਸਵਾਦ ਸ਼ਬਦ ਨੂੰ ਭੋਜਨਾਂ ਦੇ ਰਸ ਨੂੰ ਸਮਝਿਆ ਵੀ ਰਸ ਦਾ ਸਵਾਦ ਆ ਗਿਆ, ਰੋਟੀ ਦਾ ਆ ਗਿਆ, ਖਰਬੂਜੇ ਦਾ ਆ ਗਿਆ, ਖੱਖੜੀ ਦਾ ਆ ਗਿਆ। ਨਹੀਂ, ਸਵਾਦ ਦਾ ਅਰਥ ਹੈ ਜਦੋਂ ਉਹ ਸਵਾਦ ਆਇਆ ਤੇ ਤੂੰ ਸੋ ਆਦਿ ਪਰਮੇਸ਼ਰ ਹੋ ਜਾਏਗਾ। ਕਹੋ ਸਤਨਾਮ ਸੀ। ਸੋ ਆਦ ਜੋ ਸਭ ਤੋਂ ਪਹਿਲਾਂ ਸੀ, ਜਿਹਦਾ ਸਭ ਤੋਂ ਪਹਿਲਾਂ ਸੀ, ਆਦ ਪਰਮੇਸ਼ਰ, ਤੂੰ ਵੀ ਉਹੀ ਹੈ, ਤੂੰ ਉਹ ਹੋ ਜਾ। ਇਸ ਗੱਲ ਨੂੰ ਕਲੀਅਰ ਕਰਦਾ ਹੈ ਆਨੰਦ ਸਾਹਿਬ ਦੀ ਪਹਿਲੀ ਪੌੜੀ। ਤੀਜੇ ਪਾਤਸ਼ਾਹ ਜੀ ਕਹਿੰਦੇ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਆਨੰਦ ਭਇਆ, ਸੋ ਆਦ ਹੋ ਗਿਆ। ਸੋ ਅੱਡ ਕਰ ਦਿਓ, ਸੋ ਪਲੱਸ ਆਦ। ਆਦ ਪਰਮੇਸ਼ਰ, ਇਹ ਵੀ ਉਹਦਾ ਰੂਪ ਹੋ ਗਿਆ। ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨ ਜਾਣੋ ਮਾਨਸ ਦੇਹਾ। ਸਵਾਦ ਦਾ ਅਸਲ ਵਿੱਚ ਇਹ ਹੈ। ਤੇ ਦੂਜਾ ਸਵਾਦ ਹੈ ਵਾਵੇ ਕੰਨਾ ਵਾਦ। ਉਹ ਹੈ ਲੜਾਈ ਝਗੜਿਆਂ ਦਾ ਸਵਾਦ। ਉਹ ਦੰਦ ਤੇ ਜੀਭ ਦੀ ਲੜਾਈ ਦਾ ਸਵਾਦ ਹੈ। ਰੋਟੀ ਖਾਧੀ ਹੈ, ਸਵਾਦ ਲੱਗੀ ਹੈ, ਸਵਾਦ ਆ ਗਿਆ। ਤਾਂ ਇੱਥੇ ਜ਼ਿਆਦਾਤਰ ਸ਼ਬਦ ਪਾਤਸ਼ਾਹ ਨੇ ਰਸ ਵਰਤੇ ਆ। ਤਾਂ ਰੋਟੀ ਦਾ ਰਸ ਆਇਆ, ਭੋਜਨ ਦਾ ਰਸ ਆਇਆ, ਉਹਨੂੰ ਕਹਿੰਦੀ ਆ ਸਵਾਦ ਆਇਆ। ਪਰ ਪਾਤਸ਼ਾਹ ਕਹਿੰਦੇ ਸਵਾਦ ਆਨੰਦ ਪਰਮੇਸ਼ਰ ਵਿੱਚ ਮਿਲ ਕੇ ਉਹਦਾ ਰੂਪ ਹੋ ਗਿਆ। ਸੋ ਆਦ, ਅਸੀਂ ਜੋ ਸੀ ਉਹ ਹੋ ਗਏ ਸ਼ਬਦ ਨਾਲ ਜੁੜ ਕੇ। ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨ ਜਾਣੋ ਮਾਨਸ ਦੇਹਾ। ਖੈਰ ਅੱਗੇ ਚੱਲੀਏ। ਪ੍ਰੀਤਮ ਜੀ ਕਹਿੰਦੇ, ਰਸਨਾ ਹਰ ਰਸ ਰਾਤੀ ਰੰਗ ਲਾਏ, ਮਨ ਤਨ ਮੋਹਿਆ ਸਹਿਜ ਸੁਭਾਏ। ਉਹਨਾਂ ਦਾ ਮਨ ਤੇ ਤਨ ਮੋਹਿਆ ਗਿਆ ਸਹਿਜੇ ਹੀ। ਉਹਨਾਂ ਨੂੰ ਰਸ ਆਇਆ ਤੇ ਉਹਨਾਂ ਨੇ ਗੁਰੂ ਤੇਗ ਬਹਾਦਰ ਦਾ ਲੜ ਨਹੀਂ ਛੱਡਿਆ। ਭਾਵੇਂ ਤਵੀ ਉਹਨਾਂ ਨੂੰ ਡੇਗੇ 'ਚ ਬਿਠਾ ਦਿੱਤਾ, ਭਾਵੇਂ ਆਰੇ ਦੇ ਥੱਲੇ ਚੀਰਨਾ ਸ਼ੁਰੂ ਕਰਤਾ, ਪਰ ਉਹਨਾਂ ਨੂੰ ਸਵਾਦ ਆ ਰਿਹਾ ਹੈ। ਗੁਰੂ ਨੂੰ ਛੱਡ ਕੇ ਉਹ ਸਵਾਦ ਖਤਮ ਹੁੰਦਾ ਤਾਂ ਤੇ ਆਰੇ ਥੱਲੇ ਖੜ ਗਏ ਆ। ਕੋਈ ਸਤਨਾਮ ਸੀ। ਦੁਸ਼ਮਣ ਨੇ ਵੀ ਸੋਚਿਆ ਵੀ ਸ਼ਾਇਦ ਇਹਨਾਂ ਦੇ ਸਿੱਖਾਂ ਨੂੰ ਇਹਨਾਂ ਦੇ ਸਾਹਮਣੇ ਕਤਲ ਕਰਦੇ ਆ, ਸ਼ਾਇਦ ਗੁਰੂ ਤੇਗ ਬਹਾਦਰ ਡੋਲ ਕੇ ਸਾਡੇ
धर्म नूं कबूल कर लवे, तो जब उन्होंने सिखां नूं शहीद करना शुरू किया तो सिख ते भी तो गुरु की कृपा हो चुकी है। हर का सेवक सो हर जिहा हो गया है। ते आरे दे थले खड़ गया भाई मती दास। कोई हील होजत नहीं, कोई डर नहीं, कोई भय नहीं। दुश्मन ने दोहां मोढियां तो लकड़ां नाल बन्निया, दो लकड़ां कड्डियां, उन्हें मोढे बन्ने, बाहां बन्नियां, थल्लों पैर बन्नते गिट्टियां कोलों भी हले ना चीरन लगे। जदों आरा धरिया तो भाई मती दास जी कहते थोड़ा हौली चीरियो। दुष्टां ने सोचा भी शायद डर गया। कहते डर गया, कहें डरिया डुरिया नहीं, वढ़ना तो हैगा ही है, मरना ही है। कहते मैनू मौत का पता लग गया, सानू मौत समझा दी है। की है मौत? मौत एक देश नूं छड्ड के दूजे देश जाना ही है। जिन्हों अपने घर का पता है वह पुराने घर नूं छड्ड के नवें च वग जाता है। जिन्हें नवा तैयार नहीं किया वह पुराने नूं छड्डना नहीं चाहता, वह मरना नहीं चाहता। कहते फिर हौली क्यों चीर गए? कहन लगे मैं जपजी साहब का पाठ करना है। हौली हौली आरा चलाई चलो आपदा, मेरा जपजी साहब पूरा हो जान दो, फिर जी पढ़ी जाए पावे। तो सामने सतगुरु तेग बहादुर जी का पिंजरा पिया, भात पिंजरे में कैद करके छोटी जी जेल बना के कोले रखिया लिया के। गुरु तेग बहादुर जी के कान में आवाज़ पई तो गुरु तेग बहादुर जी कहने वाह वाह, फिक्र ना कर मती दास, भावें थले तक सारा शरीर वढ़िया जाए, तेरा जपजी साहब का पाठ संकल्प पूरा होवेगा, तेरी आखिरी इच्छा जरूर पूरी होवेगी। वढ़न दो जिवें वढ़दे है, जपजी साहब पूरा होकर ही शरीर छड्डेगा तू। तो गुरु प्यारो मती दास सती दास ये कई भरा पंडितां दे विचों जिहड़े कि गुरु घर दे विच कुर्बान होए है, जिन्हां ने धर्म नूं कायम करने विच अपना हिस्सा भी पाया। जिथे गुरु तेग बहादुर जी नूं बेनती कीती उत्थे मती दास सती दास भाई दयाला ये नाल भी आए सन। 5 सिख आए सीगे, 3 ये रह गए सीगे ते 2 सिखां नूं मोड़ता सी भाई गुरदित्ते नूं, गुरबाणी दे के मोड़ता सीगा, जिहड़ी 9वें पासे श्लोक पढ़दे आपां। अते भाई जैता जी की ड्यूटी लाती सी कि जदों असी शहीद हो जाइए साडा सीस नहीं इत्थे रहना चाहिए, वो संभाल के उत्थे लै जा आनंदपुर। को सतनाम, इन्हां दोवां सिखां नूं मोड़ता सी पहलां। खैर मनोवृत्तियां उत्थे रखीए, सहजे वो सहजे ही उहदे विच मिल जांदे न। सहजे प्रीतम प्यारा पाया, सहजे सहज मिलावणिया, जिस अंदर रंग सोई गुण गावे। हुण आरा तुसी उंगल दा नौ पट्टिया जावे तां तड़फ उठदे आपां। को सतनाम सी। बाल पट्टियां भी साडे पीड़ लगदी आ। आरे नूं कौन झल सकदा है? जिन्हां दे अंदर रंग लगे आ। को सतनाम सी। जिन्हां दे अंदर वो स्वाद आदि परमेश्वर दा स्वाद आ गया, रस आ गया है, वो झलदे आ इन्हां तकलीफां नूं। भाई साहब भाई मनी सिंह दे बंद बंद कट्टण दा हुक्म दिता जलादां नूं, ते जलादां ने छेती काम नवेड़न वास्ते खपरा फड़िया, लक्कड़ ते फड़ के गुट रखिया, इत्थे मारन लग्या। भाई मनी सिंह कहंदा करदा की आ? बंद बंद कट्टने आ। तेरे मालक का हुक्म बंद बंद कट्टण दा, मेरे मालक का हुक्म भी बंद बंद कटाउण दा है। कि तू खपरा कित्थे मारेगा? कहंदा गुट ते। कहंदे आ बंद कौन कट्टूगा? मूरले इत्थों शुरू करना, वो कोलों औंगलां दे जिन्ने जोड़ आ, एक उंगल 3 बंद बनते हैं। ये 15 बंद तू छड्डी जाना, इत्थों कला कला टोटा टोटा करके कट, किते मैनू दोबारे ना कटाउण वास्ते आउणा पै जे। मेरे मालक का भी यही हुक्म है। को सतनाम सी। ते कौन करूगा ये काम? जिन्हां ते गुरु की कृपा हो चुकी आ। प्रीतम जी कहंदे जिस अंदर रंग सोई गुण गावे, गुर कै शब्द सहजे सुख समावे। वो सहजे ही गुरु का शब्द जपदे जपदे सहज सुख विच आत्मक आनंद विच लीन होंदे होंदे परमेश्वर विच मिल जांदे न। हाँ बलिहारी सदा तिन विटों गुर सेवा चित लावणिया। मैं बलिहारे जावां उन्हां तो जिन्हां ने गुरु की सेवा विच चित लाया। अज का दिहाड़ा खास करके आपां इह ते भी थोड़ी जी विचार कर लईए। धन धन श्री गुरु रामदास महाराज जी का गुरता गद्दी दिवस सरबत नूं
लख लख मुबारकां होवन। लाहौर के निवासी हरिदास का पुत्र, जिसका पहला नाम है जेठा, छोटा नाम, भाई जेठा जी लाहौर दे विच जन्म होया और बचपन विच माता पिता का साया सिर तो उठ गया, यतीम हो गए, अनाथ हो गए। नानके अपने पिंड ले आए बासर के, जिहड़ा गुरु अमरदास जी का पिंड है बासर के, उत्थे गुरु रामदास जी के नानके आ। नानी दे कोल पले आ, पेट पालन का जुगत बनाई आ। रामदास जी नूं नानी जिहड़ी है ओह छोले भ्यों के उबाल के मसाले ला के घुंगणियां बना के दे दिंदी आ ते रामदास जी बाहर जाके बेच आउंदे आ। समा बतीत हुंदा गया। एक दिन घुंगणियां बेचन गए, टोकरी लैके, दिल दे बड़े कोमल है। तो गुरु प्यारिओ एक साधु आया, कहते सानू भी दिओ। झोली कर ली उन्हें। रामदास जी ने बुक घुंगणियां का भर के झोली च पाता। कहते होर दिओ। एक बुक होर पाता। कहते होर दिओ। तीजी बार सारी टोकरी उल्टाती। को सतनाम सार चलिया गया। राजा है, राजा है, राजा है, तू तो पातशाह है, पातशाह है, इदा कहता सार चलिया गया। वो प्रीखिया सी बचपन में, खैर सानू समझ नहीं आती उन्होंने समय च, पर ये पास हो गए। घर चले गए। नानी ने पूछे अज किन्ने वट्टे? कहती अज तो एक साध आया, उन्हें मंग ले 2-3 बारी, मैं सारी देते। कहते चल कोई नहीं पुत, कल नूं होर ले जा। फिर वंडते रहे, बेचते रहे घुंगणियां। एक दिन संगत गोइंदवाल साहब आ रही है, गोइंदवाल संगत के नाल आ गए। लोड़ काढ़ दी माँ है। संगत नूं पुछया कित्थे चलो? कहते गोइंदवाल। उत्थे की है? उत्थे बौली साहब तैयार करा रहे हैं गुरु साहब, बहुत लोग जाते हैं। अच्छा फिर तो घुंगणियां बहुत विकणगियां। बहाना सीगा घुंगणियां बेचण का, घुंगणियां बेचण। गोइंदवाल आ गए। 2-3 दिन घुंगणियां बेचियां, मुड़ के चित्त कराया भी आपां सेवा कर लीए, 2 प्रशादे ही छकने आ, इदां ही ठीक आ। सेवा विच लग गए ते सेवा विच ऐसे लगे गुरु प्यारिओ हुण सेवा दे मुखी बन गए आप ही। मतलब बौली साहब का काम चलता है, कईयां बट्ठल वस्तुआं सारे संध मिस्त्रियां दे ये हत्थ ने आप संभालते हैं। संगत नूं विदा करते हैं, मगरों समान संभालते हैं। तड़के संगत दे आउण तो, मिस्त्रियां मजदूरां दे आउण तो पहला तैयारी करके रखते हैं, सारे समान लिया के रखते हैं। उत्थे पूरी जिम्मेवारी समझन लगे। जिम्मेवारी समझदियां सोढियां का पुत्र है, जिवें कहंदे वड्डा सोढियां का काका है, भाव सोढी बहुत उच्ची जात मन्नी गई आ। सोढियां का पुत्र है रामदास जेठा जी। पर कोई परवाह नहीं, सिर ते टोकरा चक के मिट्टी भी ढोंदे आ, बौली चों पट के बाहर सिੱਟਣੀ है जिहड़ी वो भी सिੱਟ के आउंदे आ। सारा दिन सेवा करते आ। गुरु अमरदास जी की निगाह इन्हां ते पई, इन्हां दी ड्यूटी ला दी। पुत्रा आ जिहड़े मजदूर है इन्हां दीयां लाइनां लवा लिया कर एक पासे, दूजे पासे जिहड़े निष्काम सेवकदार उन्हां नूं जो मर्जी बचन कही जाया कर, पूरे हो जाया करनगे। इन्हां नूं दिहाड़ी वालिਆਂ नूं दिहाड़ी तूं दिया कर। ये भी ड्यूटी ला दी। उन्हां दी हत्थ ने 2 लाइनां लग जाणियां, निष्काम सेवकां दीयां ते लोड़वंदां दीयां। समा बतीत हुंदा गया। एक दिन गुरु रामदास जी सेवा कर रहे हैं रोजाना की तरह, जिन्हों का पहला नाम जेठा जी है। तो गुरु अमरदास जी की पत्नी उन्हों के महल उन्हों की अर्धंगनी आके कहन लगी, महाराज अपनी बच्ची भानी वड्डी हो गई है, ब्याहण जो कोई लड़का ही देख लो। तो गुरु अमरदास जी कहने किहो जिहा लड़का होवे ते कुदरती दिता लईए अपना, अन दिता किछ हथ ना आवे वाली घटना घट गई। सामने वो रामदास जी आ गए। माता जी वेख के रामदास जी वाल कहने जी इहो जिहा होवे, कहते इहो जिहा तो इहो ही आ, फिर ये वर्गा होर नहीं हैगा। पुत्र हो रहा? हाँ जी। पुत कित्थों आया तू? कहने जी मैं वैसे तो लाहौर तो हाँ, ते हुण मैं बासर के नानके रहिंदा सीगा, उत्थों आया। अच्छा, सारा कुछ पूछया।
चंगा फिर असी तेरे नाल अपनी बच्ची की शादी करनी है। तो बस शादी कर दी। हुण शादी हो गई आ, सकीरी पै गई आ, रिश्तेदारी भी किहड़ी जवाई दी। थे जवाई तो अजकल का जवाई तो कहना मैं तो बेड ते बैठा, इत्थे लिओ सारा कुछ, पर जेठा जी वो जवाई नहीं बने। को सतनाम से उस तरह ही सेवा चलती रही, उस तरह कार्रवाई चलती रही। एक दिन गुरु अमरदास महाराज जी नूं संगतां कहंदियां, महाराज जी आ तुसीं गल्लां गल्लां जिहियां करदे हो, समा नेड़े आ गया, समा नेड़े आ गया, अगला गुरु किहड़ा होऊगा साडा? कहें तुहानूं एडी की काहली आ? नहीं थोड़ी जजमेंट हो जाए फिर पता लग जाता है। कहंदे चंगा। हुण सतगुरां दीयां दो बच्चियां, बीबी भानी ते बीबी दानी। दानी पहलां विआही जा चुकी सी, भानी दे विआह हुण होया। दो जवाई आ ते दो पुत्तर आ। ते रीत है गुरु घर की कि गद्दी उस नूं देनी है जिहड़ा गद्दी नूं अगे चला सके, रोकनी नहीं है गद्दी है। तो गुरु अमरदास महाराज जी संगतां नूं कहंदे एक मिनट जजमेंट करा देंगे तुहानूं, पर रौला नहीं पाउणा। कहने जी ठीक आ, बस तुसीं मेरे मगर मगर रहा करो। उन्होंने अपने दोने जवाई सद ले, भाई जेठा ते भाई रामा। उन्होंने कहते भी बौली दे कोले आपां दो थड़े बनाने आ, एक चढ़दे कन्नी करके एक छिपदे कन्नी करके, उहते बह के सत्संग करया करांगे सुबह शाम। थड़े बनाने शुरू किए, थड़े बन गए, सुबह तो लगे दोने जने अडो अड, भाई जेठा ते भाई रामा आथनटीक थड़े तैयार करते। गुरु अमरदास महाराज जी आ गए, रामे कोल गए। रमिया ये थड़ा सही नहीं बनया भाई, ढाह इनू। वो कहना जी उत्ते बह के दरियां बेच जानियां, उत्ते बह के सत्संग ही करनी है, होर थोड़ा ही करना आपां। कह नहीं नहीं ढा दे इनू। उन्होंने चक के कई ढाउणा शुरू करता। जेठे नूं कहा जेठिया ओ भाई आ की कीता तूं, ऐ थोड़ा बनाउणा सीगा। जेठा जी कहने जी मैनूं पता नहीं किवें बनाउणा है, तुसीं दस दिओ। तो गुरु अमरदास जी ने हत्थ ने दोनों नूं फिर सोटी नाल एक लकीर मारती। गोल थड़े बनाने सीगे, लकीर बना मारती। कहते इस लकीर के मुताबिक बनाने आ। रामे नूं भी मारती, जेठे नूं भी मारती। दोनों ने सारा दिन लाया आथन टीक, फिर थड़े तैयार कर ले। तीजे दिन पातशाह फिर आके वेखदे आ, कहते हाँ बई बन गया। हाँ महाराज किवें रामिया ये बिंगा भाई, ये सही नहीं बनया। रामा कहना जी तुसीं सोटी दी नाल लकीर खिंची, उत्थी दा बनाया। सोडी उम्र वड्डी हो गई, तुहानूं भुल गया। रामा गुरु नूं कहना भुल गया, सिख कहना मैं भुलिया, तू नहीं भुलण वाला। भुल गुरु करतार, ये भुलण वाला नहीं। पर वो रामा जी कहते महाराज तुसीं भुल गए हो, इत्थे ही लकीर मारी सी, मैं उसे लकीर ते इट्टा रख के ते थड़ा बनाया, तुहानूं भुल गया। नहीं भाई ढा दे, सही नहीं बनया, दोबारे बनाउणा पैना। जेठिया विखा बई तेरे वाला, देख लो जी ये जेठिया ठीक नहीं बनया भाई, तू भी सही नहीं बनाया गा, ढा इनू। उन्होंने दोबारे नहीं कहा ढाउणा है कि नहीं ढाउणा, चक के कही ढा भी दिता। ते नाले कहते बापू असी जाने भुल, तू साडे कोले खड़ के बनवा ला जिहो जे बनवाने आ। कहो सतनाम। कहते रहण दिओ, बन गए जिहड़े बनने सीगे। थड़े बनाने बंद करते, संगत नूं जजमेंट करवाती। हुण तुसीं दसो भी गद्दी किहनूं दईए? कहने जी वैसे गद्दी दे चलाउण दे काबल तां फिर जेठा ही लगदा। कहो सतनाम। कहते मेरा भी इसे नूं इरादा देण दा। तो अज दा जो दिहाड़ा है, फिर उन्हां थड़ियां दी घटना तो बाद सतगुरु अमरदास महाराज जी दे एक दिन की गल है, लंघे जा रहे हैं, बीबियां इकट्ठियां बैठियां। माफ़ करना किते लेटता नहीं हो रही, अज दिहाड़ा सी इस करके मैं कह रहा, छोटी जी गल है माड़ी जी। तां गुरु प्यारिओ बीबियां नूं कहंदे बेटे किवें हसी जाने हो उच्ची उच्ची। बीबी भानी विच बैठी आ, कहन लगी जी वैसे ही गल्लां करदे। कहंदे बेटा जी तेरा पति मर जे फिर? कहने जी तुहाडा भाणा है, वो तो फिर मनना ही पैना। उदन गुरु रामदास जी की उम्र पूरी हो चुकी सी। कहो सतनाम। खत्म हो चुकी सी, नेड़े सी काम। अमरदास जी कहते चल कोई नहीं, असी अपनी उम्र चो 2 साल ते कुछ महीने साडी बाकी आ, रामदास नूं दिन्ने आ, असी पहला जावांगे, ये मगरों जावेगा। तो रामदास जी नूं 2 साल ते कुछ महीने बाकी उम्र दे करके सतगुरु अमरदास जी ने गुरता गद्दी की बख्शिश करके अज दे दिहाड़े ते
ਉਹਨਾਂ ਨੂੰ ਬਾਗਡੋਰ ਫੜਾ ਦਿੱਤੀ ਤੇ ਗੱਦੀ ਕਿੱਥੇ ਦਿੱਤੀ ਗਈ? ਸਰੀਰ ਛੱਡਣ ਤੋਂ ਪਹਿਲਾਂ ਜਿੱਥੇ ਬੈਠ ਕੇ ਸੱਦ ਦੀ ਰਚਨਾ ਕੀਤੀ। ਗੁਰ ਸ਼ਬਦ ਸਮਾਵੇ ਅਵਰ ਨ ਜਾਣੈ ਕੋਇ ਜੀਓ, ਅਵਰੋ ਨ ਜਾਣੈ ਸ਼ਬਦ ਗੁਰ ਕੈ ਏਕ ਨਾਮ ਧਿਆਵੇ, ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵੇ। ਆਇਆ ਹਕਾਰਾ ਚੱਲਣ ਵਾਲਾ, ਮੇਰਾ ਜਾਣ ਦਾ ਟਾਈਮ ਆ ਗਿਆ ਸਿੱਖੋ। ਸੰਗਤਾਂ ਰੋਣ ਲੱਗੀਆਂ, ਜੀ ਅਸੀਂ ਕੀ ਕਰਾਂਗੇ, ਸਾਡਾ ਕੀ ਬਣੂਗਾ। ਉਸੇ ਵੇਲੇ ਸਤਿਗੁਰੂ ਰਾਮਦਾਸ ਜੀ ਨੂੰ ਸਾਈਡ 'ਤੇ ਬਿਠਾਇਆ ਆਪਣੇ ਕੋਲ, ਔਰ ਉਹਨਾਂ ਨੂੰ ਬਾਬਾ ਬੁੱਢਾ ਜੀ ਨੇ ਗੁਰਤਾ ਗੱਦੀ ਤਿਲਕ ਦਿੱਤਾ, ਔਰ ਸੰਗਤਾਂ ਨੂੰ ਕਿਹਾ, ਪਹਿਲਾਂ ਆਪਣੇ ਪੁੱਤਰਾਂ ਨੂੰ ਕਿਹਾ, ਪੁੱਤਰੋ ਮੱਥਾ ਟੇਕੋ। ਉਸ ਵੇਲੇ ਵੱਡੇ ਪੁੱਤਰ ਬਾਬੇ ਮੋਹਨ ਨੇ ਥੋੜ੍ਹਾ ਗੁੱਸਾ ਕਰ ਲਿਆ ਵੀ ਗੱਦੀ ਦਾ ਹੱਕ ਸਾਡਾ ਬਣਦਾ ਸੀਗਾ, ਜਵਾਈ ਲੈ ਗਿਆ। ਮੋਹਰੀ ਪੁੱਤ ਸਨਮੁਖ ਹੋਇਆ, ਦੂਜੇ ਪੁੱਤਰ ਨੇ ਮੱਥਾ ਟੇਕਤਾ। ਫਿਰ ਬਾਬੇ ਬੁੱਢੇ ਨੇ, ਫਿਰ ਸੰਗਤਾਂ ਨੇ ਸੋ ਅੱਜ ਦਾ ਦਿਹਾੜਾ ਸਤਿਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਹਾਂ ਬਲਿਹਾਰੀ ਸਰਾ ਤਿਨ ਵਿਟੋਂ ਗੁਰ ਸੇਵਾ ਚਿੱਤ ਲਾਵਣਿਆ, ਇਉਂ ਸੇਵਾ ਕੀਤੀ ਚੌਥੇ ਪਾਤਸ਼ਾਹ ਜੀ ਨੇ। ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਸੱਚਾ ਸੱਚੋ ਸੱਚ ਭਤੀਜੈ। ਇਹ ਜਿਹੜਾ ਸੱਚ ਹੈ ਨਾ, ਇਹ ਜਿੱਥੇ ਸੱਚ ਹੋਵੇਗਾ ਉੱਥੇ ਸੱਚ ਵਰਤੇਗਾ, ਝੂਠ ਵਿੱਚ ਸੱਚ ਨਹੀਂ ਵਰਤਦਾਗਾ। ਗੁਰ ਪ੍ਰਸਾਦੀ ਅੰਦਰ ਭੀਜੈ, ਜਿੱਥੇ ਸੱਚ ਹੋਵੇਗਾ ਉੱਥੇ ਅੰਦਰ ਤੱਕ ਸਵਾਦ ਨਾਲ ਰਸ ਨਾਲ ਭਿੱਜ ਜਾਵੇਗਾ ਸਾਡਾ ਮਨ, ਅੰਦਰ ਭੀਜੈ। ਪਾਤਸ਼ਾਹ ਜੀ ਕਹਿੰਦੇ, ਬੈਸ ਸਥਾਨ ਹਰ ਗੁਣ ਗਾਵੇ ਸਥਾਨ, ਪਵਿੱਤਰ ਥਾਨ 'ਤੇ ਜਿਵੇਂ ਤੁਸੀਂ ਇੱਥੇ ਆ ਕੇ ਬੈਠੇ ਹੋ, ਘਰ ਦੇ ਵਿੱਚ ਕੋਈ ਚੱਜ ਦਾ ਕੋਨਾ ਸੈੱਟ ਕਰ ਲਓ, ਉੱਥੇ ਬੈਠ ਕੇ ਹਰੀ ਦੇ ਗੁਣ ਗਾਓ। ਬੈਸ ਸਥਾਨ ਹਰ ਗੁਣ ਗਾਵੇ, ਆਪੇ ਕਰ ਸਤ ਮਨਾਵਣਿਆ, ਜਿਸਨੋਂ ਨਦਰ ਕਰੇ ਸੋ ਪਾਏ। ਭਾਈ ਗੁਰਦਾਸ ਜੀ ਲਿਖਦੇ ਹਨ, ਅੱਜ ਇਹਨਾਂ ਬਚਨਾਂ ਨੂੰ ਅੱਜ ਦੇ ਦਿਹਾੜੇ 'ਤੇ, ਦਿੱਤਾ ਲਈਏ ਆਪਣਾ ਅਨ ਦਿੱਤਾ ਕਿਛ ਹੱਥ ਨ ਆਵੇ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਤਾਂ ਉਹਨਾਂ ਨੇ, ਇਹ ਬਹੁਤ ਲੰਮੀ ਕਹਾਣੀ ਹੈ ਪਿੱਛੋਂ, ਇਹਨਾਂ ਸੋਢੀਆਂ ਨੇ ਬੇਦੀਆਂ ਨੂੰ ਕੁਝ ਦਿੱਤਾ ਸੀ ਰਾਜ, ਤੇ ਉਹ ਰਾਜ ਅੱਜ ਸਮਾਂ ਆਇਆ, 3 ਯੁੱਗਾਂ ਦੇ ਬਾਅਦ, 3 ਗੱਦੀਆਂ ਦੇ ਬਾਅਦ, ਭਾਵ 3 ਗੁਰੂਆਂ ਦੇ ਬਾਅਦ ਚੌਥੇ ਪਾਤਸ਼ਾਹ ਨੂੰ ਦੇਣ ਦਾ ਹੱਕ ਬਣਦਾ ਸੀ। ਉਹਨਾਂ ਨੇ ਆਪਣਾ ਹੱਕ ਲੈ ਲਿਆ ਆ ਕੇ ਅੱਜ। ਤੋ ਇਸ ਕਰਕੇ ਭਾਈ ਗੁਰਦਾਸ ਜੀ ਵੀ ਇਸ ਚੀਜ਼ 'ਤੇ ਮੋਹਰ ਲਾਉਂਦੇ ਨੇ। ਪ੍ਰੀਤਮ ਜੀ ਆਖਰੀ ਪੰਕਤੀ ਵਿੱਚ ਕਹਿੰਦੇ, ਜਿਸ ਨੂੰ ਨਦਰ ਕਰੇ ਸੋ ਪਾਏ, ਜਿਹਦੇ ਗੁਰੂ ਦੀ ਕਿਰਪਾ ਦ੍ਰਿਸ਼ਟੀ ਹੋ ਜਾਂਦੀ ਹੈ ਵੀ ਉਸੇ ਨੂੰ ਮਿਲਦਾ। ਗੁਰ ਪ੍ਰਸਾਦੀ ਹਉਮੈ ਜਾਏ, ਜਿਨ੍ਹਾਂ ਦੀ ਉਹਦੀ ਕਿਰਪਾ ਹੋ ਜਾਂਦੀ ਹੈ, ਪਹਿਲਾਂ ਉਹਦੀਆਂ ਬਿਮਾਰੀਆਂ ਕੱਢਦਾ, ਸਫਾਈ ਕਰਦਾ ਪਹਿਲਾਂ ਉਹਦੀ। ਹਉਮੈ ਦੀਰਘ ਰੋਗ ਹੈ ਦਾਰੂ ਪੀ ਸਮਾਂ, ਉਹਨੂੰ ਬਾਹਰ ਕੱਢਦਾ ਹੰਕਾਰ ਨੂੰ। ਗੁਰੂ ਕਿਰਪਾ ਕਰਕੇ ਹੰਕਾਰ ਦੀ ਬਿਮਾਰੀ ਕੱਢਦਾ। ਨਾਨਕ ਨਾਮ ਬਸੇ ਮਨ ਅੰਤਰ, ਫਿਰ ਉੱਥੇ ਨਾਮ ਦੀ ਦਾਤ ਰੱਖਦਾ, ਜਿਵੇਂ ਜੇਠਾ ਜੀ ਦੇ ਅੰਦਰ ਰੱਖੀ, ਤੇ ਉਹਨਾਂ ਦਾ ਨਾਮ ਰਾਮਦਾਸ ਹੋਇਆ। ਤੇ ਗੁਰਤਾ ਗੱਦੀ ਤੇ ਬਹਿੰਦੇ ਆ, ਉਹਨੇ ਜਿਹੜਾ ਪਹਿਲਾ ਸ਼ਬਦ ਉਚਾਰੇ ਆਪਾਂ ਪੜ੍ਹ ਕੇ ਸਮਾਪਤੀ ਕਰਦੇ ਹਾਂ। ਕੀ ਕਹਿੰਦੇ? ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀੜੇ ਹਮ ਥਾਪੇ। ਕਿਉਂਕਿ ਅਨਾਥ ਹੋ ਗਏ ਸੀ, ਸਿਰ ਤੇ ਕੋਈ ਸਾਈ ਨਹੀਂ ਸੀਗਾ, ਪਰ ਅੱਜ ਇੱਕ ਅਨਾਥ ਨੂੰ ਗੱਦੀ ਤੇ ਬਣਾ ਕੇ ਸਾਰੇ ਸੰਸਾਰ ਦਾ ਨਾਥ ਮਾਲਕ ਬਣਾ ਦਿੱਤਾ। ਕੋ ਸਤਨਾਮ ਸੀ। ਇਹਨਾਂ ਦੇ ਦਰ ਤੋਂ ਫਿਰ ਕਿੰਨੇ ਵਰਸ ਆਏਗੀ ਸੰਗਤ ਬੇਅੰਤ। ਇਸ ਵਿਸ਼ੇ 'ਤੇ ਬੇਅੰਤ ਸਾਖੀਆਂ ਹਨ। ਇਹਨਾਂ ਦੀ ਘਟਨਾ ਇਹਨਾਂ ਦੇ ਦਰ 'ਤੇ ਇੱਕ ਗੁਰੂ ਪਿਆਰਿਓ ਸੇਮਾ ਸ਼ਾਹ ਨਾਂ ਦੇ ਬੱਚੇ ਨਾਲ ਵੀ ਬਤੀਤ ਹੋਈ ਹੈ। ਆਪਾਂ ਕਦੇ ਫਿਰ ਸਰਵਣ ਕਰਾਂਗੇ। ਉਸ 'ਤੇ ਵੀ ਇੱਦਾਂ ਹੀ ਬਖਸ਼ਾਂ ਕੀਤੀਆਂ ਇਹਨਾਂ ਨੇ। ਸੋਮਾ ਸ਼ਾਹ ਸ਼ਾਹਾਂ ਦਾ ਸ਼ਾਹ, ਸੋਮਾ ਸ਼ਾਹ ਸ਼ਾਹਾਂ ਦਾ ਸ਼ਾਹ ਕਹਿ ਕੇ, ਜਿਵੇਂ ਕਿਸੇ ਵੇਲੇ ਸਾਧ ਇਹਨਾਂ ਨੂੰ ਕਹਿ ਗਿਆ ਸੀਗਾ, ਤੂੰ ਤਾਂ ਪਾਤਸ਼ਾਹ ਹੈ, ਤੂੰ ਤਾਂ ਰਾਜ ਹੈ, ਤੂੰ ਤਾਂ ਪਾਤਸ਼ਾਹ। ਮੇਰੇ ਪ੍ਰੀਤਮ ਜੀ ਕਹਿੰਦੇ, ਜਿਸਨੋਂ ਨਦਰ ਕਰੇ ਸੋ ਪਾਏ, ਗੁਰ ਪ੍ਰਸਾਦੀ ਹਉਮੈ ਜਾਏ, ਨਾਨਕ ਨਾਮ ਵਸੈ ਮਨ ਅੰਤਰ, ਦਰ ਸੱਚੇ ਸੋਭਾ ਪਾਵਨਿਆ। ਉਹਨਾਂ ਨੂੰ ਸੋਭਾ ਵਡਿਆਈਆਂ ਮਿਲਦੀਆਂ। ਅੱਜ ਵੇਖੋ ਹਰਿਮੰਦਰ ਸਾਹਿਬ ਜਾ ਕੇ ਕਿਸ ਤਰ੍ਹਾਂ ਉੱਥੇ ਰਚਨਾ ਲੱਗੀ ਹੈ, ਕਿਸ ਤਰ੍ਹਾਂ ਉੱਥੇ ਅੱਜ ਰੋਸ਼ਨੀ ਕੀਤੀ ਗਈ ਹੈ, ਕਿਸ ਤਰ੍ਹਾਂ ਫੁੱਲਾਂ ਦੀਆਂ ਸਜਾਵਟਾਂ ਕੀਤੀਆਂ ਗਈਆਂ। ਇਹ ਵਡਿਆਈਆਂ ਕਾਹਦੀਆਂ? ਨਾਮ ਦੀਆਂ। ਆਓ ਆਪਾਂ ਵੀ ਗੁਰੂ ਵਾਲੇ ਬਣੀਏ, ਗੁਰੂ ਦੇ ਲੜ ਲੱਗੀਏ। ਨਾਮ ਦੇ ਵਿੱਚ ਹੀ ਸਾਰੀਆਂ ਵਡਿਆਈਆਂ, ਅਤੇ ਜਿਨ੍ਹਾਂ 'ਤੇ ਗੁਰੂ ਕਿਰਪਾ ਕਰਦਾ ਉਹਨਾਂ ਨੂੰ ਮਿਲ ਜਾਂਦੀਆਂ। ਆਪਾਂ ਅਰਦਾਸ ਕਰਦੇ ਹਾਂ। ਉਸ ਤੋਂ ਉਪਰੰਤ ਹੀ ਸਾਰੀ ਸੰਗਤ ਨੇ ਜਾਣਾ ਹੈ ਪ੍ਰਸ਼ਾਦ ਲੈ ਕੇ। ਕਾਹਲੀ ਨਾ ਕਰੋ, ਗੁਰੂ ਪਾਤਸ਼ਾਹ ਚਰਨਾਂ 'ਚ ਹਾਜ਼ਰੀ ਲਵਾਈਏ। ਬੁਲਾਓ ਫਤਿਹ, ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।